ਭਾਈ ਰਾਜੋਆਣੇ ਹੋਣਾ ਦੀ ਜਿਹੜੀ ਪਟੀਸ਼ਨ ਜਿਹੜੀ ਪਈ ਹੋਈ ਸੀ ਉਸ ਦੇ ਵਿੱਚ ਫੈਸਲਾ ਹੁਣ ਸਰਕਾਰ ਕਰੇਗੀ। ਜਦੋਂ ਭਾਰਤ ਸਰਕਾਰ ਨੂੰ ਦਾਅਵਾ ਕਰਨ ਲਈ ਕਿਹਾ ਸੀ ਤਾਂ ਭਾਰਤ ਸਰਕਾਰ ਨੇ ਇਹ ਹਲਫਨਾਮਾ ਪਾਇਆ ਸੀ ਵੀ ਉਹਨਾਂ ਦੀ ਰਿਹਾਈ ਨਾਲ ਜਿਹੜਾ ਹੈਗਾ ਦੇਸ਼ ਦੀ ਏਕਤਾ ਅਖੰਡਤਾ ਜਾਂ ਨੈਸ਼ਨਲ ਸਿਕਿਉਰਿਟੀ ਲਈ ਖਤਰਾ ਖੜਾ ਹੋ ਸਕਦਾ। ਈਵਨ ਕਿ ਰਾਜੀਵ ਗਾਂਧੀ ਜੋ ਕਿ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਉਹਨੂੰ ਉਹਦੇ ਕਤਲ ਕਰਨ ਵਾਲੇ ਕਾਤਲ ਵੀ ਜਿਹੜੇ ਬਾਹਰ ਆ ਸਕਦੇ ਆ, ਫਿਰ ਸਿੱਖਾਂ ਲਈ ਵੱਖਰਾ ਜਿਹਾ ਕਾਨੂੰਨ ਕਿਉਂ? ਰਾਜੀਵ ਗਾਂਧੀ ਵਾਲੇ ਕੇਸ 'ਚ ਉਹਨਾਂ ਨੂੰ ਲੱਗਦਾ ਵੀ ਉਹਨਾਂ ਦੇ ਬਾਹਰ ਆਉਣ ਨਾਲ ਕੋਈ ਇਸ ਤਰ੍ਹਾਂ ਨੈਸ਼ਨਲ ਸਿਕਿਉਰਿਟੀ ਜਾਂ ਕੋਈ ਉਹ ਮੁੜ ਕੇ ਪੋਲੀਟੀਕਲ ਸਰਗਰਮੀ ਨਹੀਂ ਕਰਨਗੇ। ਇਹਨਾਂ ਤੋਂ ਸਿੱਖ ਕੈਦੀਆਂ ਤੋਂ ਲੱਗਦਾ ਵੀ ਮੁੜ ਕੇ ਪੰਜਾਬ ਵਿੱਚ ਉਹ ਪੋਲੀਟੀਕਲ ਸਰਗਰਮੀ ਕਰਨਗੇ ਜਿਹੜੀ ਪ੍ਰੋ ਸਿੱਖ ਹੋਊਗੀ। ਗ੍ਰਹਿ ਮੰਤਰੀ ਜੋ ਕਿ ਭਾਰਤ ਦੇ ਉੱਥੇ ਆਉਂਦੇ ਨੇ ਉਹਨਾਂ ਦੀ ਵਿਜ਼ਿਟ ਬਾਰੇ ਜਾਂ ਉਹਨਾਂ ਵੱਲੋਂ ਜੋ ਕੁਝ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਬਾਰੇ ਕਿਹਾ ਗਿਆ, ਜਿੰਨੀ ਅਗਾਂਹ ਤੱਕ ਪ੍ਰਕਾਸ਼ ਸਿੰਘ ਬਾਦਲ ਚਲੇ ਗਏ ਸੀਗੇ ਰਾਜਨੀਤਿਕ ਜਾਂ ਵਿਚਾਰਧਾਰਕ ਤੌਰ ਤੇ, ਸੋ ਉਹਨਾਂ ਮੈਨੂੰ ਲੱਗਦਾ ਵੀ ਭਵਿੱਖ ਵਿੱਚ ਕੋਈ ਵੀ ਸਿੱਖ ਲੀਡਰ ਇੰਨਾ ਵੱਡਾ ਜਿਗਰਾ ਨਹੀਂ ਕਰ ਸਕਦਾ। ਸੋ ਬਕਾਇਦਾ ਸੋ ਜੋ ਅਮਿਤ ਸ਼ਾਹ ਉਹਨਾਂ ਨੇ ਕਿਹਾ ਉਹ ਬਕਾਇਦਾ ਉਹਨਾਂ ਲਈ ਵੱਡਾ ਘਾਟਾ ਹੈ। ਸੋ ਕਿਉਂਕਿ ਉਹਨਾਂ ਦਾ ਇਹ ਹੈਗਾ ਵੀ ਰਾਜਨੀਤਿਕ ਤੌਰ ਤੇ ਸਿੱਖਾਂ ਨੇ ਬਹੁਤਾ ਕੁਝ ਨਹੀਂ ਬਣਾਇਆ, ਪਰ ਵਿਚਾਰਧਾਰਕ ਤੌਰ ਤੇ ਜੋ ਗਵਾ ਲਿਆ ਇਸ ਸਮੇਂ, ਸੋ ਹਿੰਦੂ ਸੰਗਠਨਾਂ ਦਾ ਸਿੱਖ ਜੀਵਨ ਜਾਂਚ ਵਿੱਚ ਘੁਸਪੈਠ, ਸਿੱਖ ਸੰਸਥਾਵਾਂ ਵਿੱਚ ਘੁਸਪੈਠ, ਖਾਲਸਾ ਕਾਲਜਾਂ ਵਿੱਚ ਉਹਨਾਂ ਦੇ ਪ੍ਰੋਫੈਸਰ ਵਗੈਰਾ ਲੱਗਣੇ ਹੈ ਨਾ। ਤਾਂ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇਹ ਰੀਝ ਸੀ ਆਖਰੀ ਵੀ ਮੇਰੇ ਜਿਉਂਦੇ ਜੀ ਆ ਜਿਹੜੇ ਬੰਦੀ ਸਿੰਘ ਬਾਹਰ ਆ ਜਾਣ। ਤਾਂ ਉਹਨਾਂ ਨੇ ਕਿਹਾ ਵੀ ਗ੍ਰਹਿ ਮੰਤਰੀ ਸਾਹਿਬ ਤੁਹਾਡੇ ਹੱਥ ਵਿੱਚ ਪਾਵਰ ਹੈਗੀ ਆ ਹੁਣ, ਤੇ ਤੁਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਹੋ, ਇੱਥੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਸ਼ਰਧਾਂਜਲੀ ਦੇਣ ਆਏ ਹੋ। ਸੋ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਉਹਨਾਂ ਦੀ ਆਖਰੀ ਇੱਛਾ ਪੂਰੀ ਕਰੀ ਜਾਵੇ। ਤੋਂ ਮੁਰਾਰਜੀ ਦੇਸਾਈ ਇਹਨਾਂ ਨੂੰ ਪੈ ਜਾਂਦੇ ਸੀ। ਮੁਰਾਰਜੀ ਦੇਸਾਈ ਇੱਕ ਖਾਸ ਕਿਸਮ ਦਾ ਕੱਟੜ ਕਿਸਮ ਦਾ ਨਾ ਹਿੰਦੂ ਲੀਡਰ ਸੀ, ਖਾਸ ਕਰਕੇ ਉਹ ਸਿੱਖ ਲੀਡਰਸ਼ਿਪ ਨਾਲ ਨਫ਼ਰਤ ਕਰਦਾ ਸੀ, ਜਿਸ ਤਰ੍ਹਾਂ ਕਿ ਆਮ ਹਿੰਦੂ ਲੀਡਰਸ਼ਿਪ ਚ ਹੁੰਦੀ ਹੈ ਨਾ। ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਦਬਕਾ ਦਿੰਦਾ ਸੀ ਔਰ ਪ੍ਰਕਾਸ਼ ਸਿੰਘ ਬਾਦਲ ਡਰ ਜਾਂਦੇ ਸੀ ਉਹ ਤੋਂ। ਭਾਈ ਰਾਜੋਆਣੇ ਹੋਣਾ ਦੀ ਜਿਹੜੀ ਪਟੀਸ਼ਨ ਜਿਹੜੀ ਪਈ ਹੋਈ ਸੀ ਉਸ ਦੇ ਵਿੱਚ ਫੈਸਲਾ ਹੁਣ ਸਰਕਾਰ ਕਰੇਗੀ। ਕੋਰਟ ਨੇ ਕਹਿਤਾ ਕਿ ਅਸੀਂ ਇਹ ਡਿਸਾਈਡ ਨਹੀਂ ਕਰ ਸਕਦੇ ਕਿ ਇਹਨਾਂ ਨੂੰ ਰਿਹਾ ਕਰਨਾ ਹੈ ਜਾਂ ਨਹੀਂ ਕਰਨਾ, ਸਰਕਾਰ ਦੇ ਹੱਕ 'ਚ ਫੈਸਲਾ ਦਿੱਤਾ, ਸਰਕਾਰ ਡਿਸਾਈਡ ਕਰੇ। ਕੀ ਕਹੋਗੇ ਇਸ ਦੇ ਬਾਰੇ? ਹਾਂਜੀ, ਵੈਸੇ ਤਾਂ ਪਹਿਲਾਂ ਵੀ ਸਰਕਾਰ ਦੇ ਹੱਕ 'ਚ ਹੀ ਸੀ ਹੈ ਨਾ, ਵੀ ਸਰਕਾਰ ਨੇ ਹੀ ਫੈਸਲਾ ਕਰਨਾ ਸੀ, ਕਿਉਂਕਿ ਕਾਫੀ ਚਿਰ ਪਹਿਲਾਂ ਭਾਰਤ ਸਰਕਾਰ ਜਦੋਂ ਬੰਦੀ ਸਿੰਘਾਂ ਦੀ ਜਾਂ ਹੋਰ ਬੰਦੀਆਂ ਦੀ ਰਿਹਾਈ ਦਾ ਇੱਕ ਮਸਲਾ ਉੱਠਿਆ ਸੀ, ਵੱਖ-ਵੱਖ ਅਦਾਲਤਾਂ ਵਿੱਚ ਪਟੀਸ਼ਨਾਂ ਪਈਆਂ, ਉਦੋਂ ਭਾਰਤ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਪਾ ਕੇ ਇਹ ਅਖਤਿਆਰ ਲੈ ਲਿਆ ਸੀ ਵੀ ਜਿਹੜੇ ਇੱਕ ਤਾਂ ਟਾਡਾ ਕੇਸਿਸ ਨੇ, ਜਿਹੜੇ ਟੈਰਰਿਸਟ ਐਕਟੀਵਿਟੀ 'ਚ ਨਾ ਕੇਸਿਸ ਨੇ, ਜਾਂ ਇੱਕ ਜਿਹੜੇ CBI ਦੀ ਇਨਵੈਸਟੀਗੇਸ਼ਨ ਵਾਲੇ ਕੇਸ ਆ, ਵੀ ਉਹਨਾਂ ਵਿੱਚ ਜਿਹੜੀਆਂ ਰਿਹਾਈਆਂ ਹੋਣਗੀਆਂ ਉਹ ਅਦਾਲਤਾਂ ਨਾ ਕਰਨ, ਸਰਕਾਰ ਆਪਣੇ ਤੌਰ ਤੇ ਵੀ ਅਫਸਰਸ਼ਾਹੀ ਆ ਜਿਹੜੀ ਨਾ ਵੀ ਆਪਣੇ ਤੌਰ ਤੇ ਉਹ ਫੈਸਲਾ ਕਰੇ। ਉਹ ਸੁਪਰੀਮ ਕੋਰਟ ਦਾ ਇੱਕ ਫੈਸਲਾ ਆ ਗਿਆ ਹੋਇਆ ਕਾਫੀ ਦੇਰ ਪਹਿਲਾਂ ਦਾ। ਸੋ ਹੁਣ ਇਹ ਹੈਗਾ ਵੀ ਭਾਈ ਰਾਜੋਆਣਾ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਪਟੀਸ਼ਨ ਪਾਈ ਗਈ ਸੀ ਵੀ ਕਿਉਂਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ 2019 ਵਿੱਚ ਭਾਰਤ ਸਰਕਾਰ ਨੇ ਕੁਝ ਸਿੱਖ ਕੈਦੀਆਂ ਦੀ ਰਿਹਾਈ ਦਾ ਫੈਸਲਾ ਲਿਆ ਸੀ ਔਰ ਇੱਕ ਫਾਂਸੀ ਨੂੰ ਖਤਮ ਕਰਕੇ ਉਹਨੂੰ ਉਮਰ ਕੈਦ ਵਿੱਚ ਬਦਲਣ ਦਾ ਫੈਸਲਾ ਮਿਨਿਸਟਰੀ ਆਫ ਹੋਮ ਅਫੇਅਰਸ ਦਾ ਇੱਕ ਆਫੀਸ਼ੀਅਲ ਬਿਆਨ ਆ ਜਿਹੜਾ ਉਹ ਆਇਆ ਸੀਗਾ ਵੀ ਆਹ ਹੋਇਆ ਹੈ ਨਾ। ਉਹਦੇ 'ਚੋਂ ਭਾਈ ਲਾਲ ਸਿੰਘ ਦੀ ਰਿਹਾਈ ਹੋਈ, ਪਰ ਹਰਜਿੰਦਰ ਸਿੰਘ ਦੀ ਹੋਈ, ਤੇ ਈਵਨ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਪਟੀਸ਼ਨ ਪੈ ਗਈ, ਉਹ ਹਲੇ ਵਿੱਚੇ ਲਟਕਿਆ ਹੋਇਆ ਮਸਲਾ। ਤੇ ਉਹਦੇ ਚੋਂ ਫਿਰ ਜਦੋਂ ਕਾਫੀ ਚਿਰ ਬੀਤਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਭਾਈ ਰਾਜੋਆਣਾ ਦੀ ਤਰਫ ਤੋਂ ਇਹ ਜਿਹੜੀ ਹੈਗੀ ਆ ਪਟੀਸ਼ਨ ਪਾਈ ਸੀ ਵੀ ਕਿਉਂਕਿ ਫਾਂਸੀ ਦਾ ਹੁਕਮ ਹੋਏ ਨੂੰ 10 ਸਾਲ ਤੋਂ ਵੱਧ ਹੋ ਗਏ ਨੇ ਨਾ ਜੀ। ਸੋ ਵੀ ਇੱਕ ਤਾਂ ਉਹ ਇੱਕ ਮਾਨਸਿਕ ਝੇਲਿਆ ਵੀ ਸਰਕਾਰ ਫੈਸਲਾ ਨਹੀਂ ਲੈ ਰਹੀ, 10 ਸਾਲਾਂ ਤੋਂ ਸਰਕਾਰ ਕੋਈ ਫੈਸਲਾ ਨਹੀਂ ਲੈ ਰਹੀ ਹੈ ਨਾ, ਇਸ ਕਰਕੇ ਵੀ ਉਹਨਾਂ ਦੀ ਜਿਹੜੀ ਹੈਗੀ ਆ ਫਾਂਸੀ ਦੀ ਸਜ਼ਾ ਹੁਣ ਰੱਦ ਕਰੀ ਜਾਵੇ, ਉਹਨੂੰ ਉਮਰ ਕੈਦ 'ਚ ਬਦਲਿਆ ਜਾਵੇ। ਔਰ ਕਿਉਂਕਿ ਉਹ ਉਮਰ ਕੈਦ ਆਪਣੀ ਸਾਰੀ ਪੂਰੀ ਕਰ ਚੁੱਕੇ ਆ, 26 ਸਾਲ ਹੋ ਗਏ ਹੋਇਆ, ਵੀ ਇਸ ਲਈ ਉਹਨਾਂ ਦੀ ਕਿਤੇ ਨਾ ਕਿਤੇ ਰਿਹਾਈ ਬਣਦੀ ਹੈ ਵੀ ਉਹਦੇ ਬਾਰੇ ਅਦਾਲਤ ਫੈਸਲਾ ਕਰੇ। ਸੋ ਪਿਛਲੇ ਦਿਨੀ ਮਾਰਚ ਵਿੱਚ ਇਹ ਫੈਸਲਾ ਰਾਖਵਾਂ ਰੱਖ ਲਿਆ ਸੀ 3 ਮੈਂਬਰੀ ਬੈਂਚ ਆ ਜਿਹੜਾ ਸੁਪਰੀਮ ਕੋਰਟ ਦਾ ਉਹਦੇ ਵੱਲੋਂ। ਸੋ ਕੱਲ ਪਰਸੋਂ ਜਿਹੜਾ ਫੈਸਲਾ ਹੈਗਾ ਉਹ ਆਇਆ ਹੈ। ਉਹਦੇ ਵਿੱਚ ਉਹਨਾਂ ਨੇ ਜਿਹੜਾ ਭਾਰਤ ਸਰਕਾਰ ਨੇ ਜਦੋਂ ਭਾਰਤ ਸਰਕਾਰ ਨੂੰ ਦਾਅਵਾ ਕਰਨ ਲਈ ਕਿਹਾ ਸੀ ਤਾਂ ਭਾਰਤ ਸਰਕਾਰ ਨੇ ਇਹ ਹਲਫਨਾਮਾ ਪਾਇਆ ਸੀ ਵੀ ਉਹਨਾਂ ਦੀ ਰਿਹਾਈ ਨਾਲ ਜਿਹੜਾ ਹੈਗਾ ਦੇਸ਼ ਦੀ ਏਕਤਾ ਅਖੰਡਤਾ ਜਾਂ ਨੈਸ਼ਨਲ ਸਿਕਿਉਰਿਟੀ ਲਈ ਖਤਰਾ ਖੜਾ ਹੋ ਸਕਦਾ ਜੀ। ਸੋ ਇਸ ਕੰਸੀਡਰੇਸ਼ਨ ਨੂੰ ਭਾਰਤ ਸਰਕਾਰ ਦੀ ਨੂੰ ਮੰਨਦਿਆਂ ਹੋਇਆਂ ਅਦਾਲਤ ਨੇ ਇਹ ਫੈਸਲਾ ਕਰਿਆ ਹੈਗਾ ਵੀ ਅਦਾਲਤ ਆਪਣੇ ਤੌਰ ਤੇ ਇਹ ਫੈਸਲਾ ਨਹੀਂ ਕਰ ਸਕਦੀ। ਉਹਨਾਂ ਨੇ ਕਿਹਾ ਵੀ ਹਾਲਾਂਕਿ 10 ਸਾਲ ਤੋਂ ਵੱਧ ਹੋ ਗਏ ਨੇ ਉਹਨਾਂ ਦੀ ਫਾਂਸੀ ਦੀ ਸਜ਼ਾ ਦੇ ਮਾਮਲੇ ਵਿੱਚ, ਉਹਨਾਂ ਨੂੰ ਉਡੀਕ ਕਰਦੇ ਆ ਜਿਹੜੀ ਐਗਜ਼ੀਕਿਊਟ ਨਹੀਂ ਹੋਈ ਹੈ ਨਾ, ਪਰ ਇਹ ਕਿਉਂਕਿ ਨੈਸ਼ਨਲ ਸਿਕਿਉਰਿਟੀ ਨਾਲ ਜੁੜਿਆ ਹੋਇਆ ਮਸਲਾ ਹੈ, ਇਸ ਲਈ ਅਸੀਂ ਉਹ ਜਿਹੜੀ ਉਹਨਾਂ ਦੇ ਹੱਕ ਵਿੱਚ ਜਾਂਦੇ ਇੱਕ ਗੱਲ ਭਾਈ ਬਲਵੰਤ ਸਿੰਘ ਰਾਜੋਆਣਾ ਦੇ, ਉਹਨੂੰ ਵੀ ਇੱਥੇ ਨਹੀਂ ਅਸੀਂ ਉਹ ਪਾਏਦਾਰ ਮੰਨਦੇ ਕਿਉਂਕਿ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਵੱਧ ਜ਼ਰੂਰੀ ਹੈਗਾ। ਸੋ 3 ਜੱਜਾਂ ਦੇ ਬੈਂਚ ਨੇ ਇਹੀ ਲਿਖਿਆ ਹੈਗਾ ਵੀ ਭਾਰਤ ਸਰਕਾਰ
ਦੇ ਹੁਣ ਫੈਸਲਾ ਕਰਨਾ ਹੈ। ਇਹ ਅਦਾਲਤ ਆਪਣੇ ਤੌਰ ਤੇ ਉਹਨਾਂ ਦੀ ਰਿਹਾਈ ਨਹੀਂ ਕਰ ਸਕਦੀ। ਉਹਨਾਂ ਨੇ ਸਰਕਾਰ ਨੂੰ ਕਿਹਾ ਵੀ ਜਦੋਂ ਵੀ ਸਮਾਂ ਅਪਰੋਪਰੀਏਟ ਸਮਾਂ ਹੋਵੇ, ਹੋ ਸਕਦਾ 2 ਸਾਲ ਨੂੰ, 4 ਸਾਲ ਨੂੰ, 5 ਸਾਲ ਨੂੰ, 10 ਸਾਲ ਨੂੰ, ਜਦੋਂ ਵੀ ਐਪਰੋਪਰੀਏਟ ਸਮਾਂ ਹੋਵੇ, ਉਹਨਾਂ ਨੇ ਲਿਖਿਆ ਹੈਗਾ ਵੀ ਉਦੋਂ ਭਾਰਤ ਸਰਕਾਰ ਜਦੋਂ ਉਹਨਾਂ ਨੂੰ ਲੱਗੇ ਵੀ ਇਹਨਾਂ ਦੀ ਰਿਹਾਈ ਨਾਲ ਆ ਜਿਹੜਾ ਕੋਈ ਜਿਹੜਾ ਨੈਸ਼ਨਲ ਸਿਕਿਉਰਿਟੀ ਦਾ ਮਸਲਾ, ਉਹ ਕਹਿੰਦੇ ਵੀ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਕਿਉਂਕਿ ਇਨ ਕੁਐਸਚਨ ਹੈ, ਇਸ ਲਈ ਅਦਾਲਤਾਂ ਇਹ ਸਾਰੀ ਜ਼ਿੰਮੇਵਾਰੀ ਹੈ ਜਿਹੜੀ ਐਗਜ਼ੀਕਿਊਟਿਵ ਮੀਨਸ ਅਫਸਰਸ਼ਾਹੀ ਨੂੰ ਦਿੰਦੀਆਂ ਨੇ ਵੀ ਅਫਸਰਸ਼ਾਹੀ ਫੈਸਲਾ ਕਰੇ ਵੀ ਐਪਰੋਪਰੀਏਟ ਟਾਈਮ ਤੇ ਜਦੋਂ ਉਹਨਾਂ ਦੀ ਰਿਹਾਈ ਆ ਜਿਹੜੀ ਉਸ ਫਾਂਸੀ ਦੀ ਸਜ਼ਾ ਮਾਫ ਕਰਨੀ ਆ ਉਹਦੇ ਨਾਲ ਜਦੋਂ ਨੈਸ਼ਨਲ ਸਿਕਿਉਰਿਟੀ ਕੰਪਰੋਮਾਈਜ਼ ਨਾ ਹੋਵੇ ਉਦੋਂ ਉਹਨਾਂ ਦੀ ਰਿਹਾਈ ਹੋ ਸਕਦੀ। ਇਹਦੇ 'ਚ ਫਿਰ ਕਿਉਂਕਿ ਕਾਫੀ ਸਾਰੀਆਂ ਧਿਰਾਂ ਵੀ ਸਵਾਲ ਕਰ ਰਹੀਆਂ ਨੇ ਕਿ ਜੇ ਬਿਲਕਿਸ ਬਾਨੋ ਦੇ ਜਿਹੜੇ ਕਾਤਲ ਨੇ ਉਹ ਜਿਹੜੇ ਹੈਗੇ ਆ ਉਹ ਬਾਹਰ ਆ ਸਕਦੇ ਆ ਆਪਣੀ ਕੈਦ ਕੱਟਣ ਤੋਂ ਬਾਅਦ, ਈਵਨ ਕਿ ਰਾਜੀਵ ਗਾਂਧੀ ਜੋ ਕਿ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਉਹਨੂੰ ਉਹਦੇ ਕਤਲ ਕਰਨ ਵਾਲੇ ਕਾਤਲ ਵੀ ਜਿਹੜੇ ਬਾਹਰ ਆ ਸਕਦੇ ਆ, ਫਿਰ ਸਿੱਖਾਂ ਲਈ ਵੱਖਰਾ ਜਿਹਾ ਕਾਨੂੰਨ ਕਿਉਂ? ਹਾਂਜੀ, ਉਹ ਸਿੱਖਾਂ ਦੇ ਮਾਮਲਿਆਂ ਵਿੱਚ ਇਹ ਆਮ ਤੌਰ ਤੇ ਹੁੰਦਾ ਸੀ। ਵੱਖ-ਵੱਖ ਕੇਸ ਆ ਜਿਹੜੇ ਲਗਾਤਾਰ ਗਿਣਾ ਸਕਦੇ ਹੈਗੇ ਆ ਵੀ ਉਹਨਾਂ 'ਚ ਉਹ ਮੈਨੇਜ ਕਰ ਜਾਂਦੇ ਹੈਗੇ ਅਦਾਲਤਾਂ ਨੂੰ ਨਾ ਵੀ ਹੁਣ ਜਿਸ ਦਿਨ ਰਾਖਵਾਂ ਰੱਖਿਆ ਸੀ ਫੈਸਲਾ, ਸਾਨੂੰ ਉਸੇ ਦਿਨ ਹੀ ਇਹ ਇੱਕ ਤਰ੍ਹਾਂ ਨਾਲ ਹੋ ਗਿਆ ਸੀ ਵੀ ਜਿਹੜਾ ਫੈਸਲਾ ਹੈਗਾ ਭਾਈ ਰਾਜੋਆਣਾ ਦੇ ਖਿਲਾਫ ਆਏਗਾ ਨਾ, ਕਿਉਂਕਿ ਨਹੀਂ ਤਾਂ ਉਸ ਦਿਨ ਜਿਹੜੀਆਂ ਅਦਾਲਤਾਂ ਦੀਆਂ ਟਿੱਪਣੀਆਂ ਉਹ ਤੋਂ ਪਹਿਲਾਂ ਫੈਸਲਾ ਰਾਖਵਾਂ ਰੱਖਣ ਤੋਂ ਪਹਿਲਾਂ ਅਦਾਲਤਾਂ ਦੀਆਂ ਟਿੱਪਣੀਆਂ ਆਈਆਂ ਸੀ ਉਹ ਸਰਕਾਰ ਦੇ ਕਾਫੀ ਖਿਲਾਫ ਸੀ, ਕਾਫੀ ਸਖਤ ਟਿੱਪਣੀਆਂ ਸੀ ਔਰ ਇੱਥੋਂ ਤੱਕ ਕਿਹਾ ਸੀਗਾ ਵੀ ਜੇ ਤੁਸੀਂ ਫੈਸਲਾ ਨਾ ਕਰਿਆ ਤਾਂ ਅਸੀਂ ਕੋਈ ਫੈਸਲਾ ਕਰ ਦਿਆਂਗੇ ਹਨਾ। ਸੋ ਉਹਨਾਂ ਟਿੱਪਣੀਆਂ ਤੋਂ ਲੱਗਦਾ ਸੀਗਾ ਵੀ ਪੋਜ਼ਿਟਿਵਲੀ ਜਾਏਗਾ ਭਾਈ ਰਾਜੋਆਣੇ ਦੇ ਹੱਕ 'ਚ, ਪਰ ਨਹੀਂ ਉਹ ਤੋਂ ਬਾਅਦ ਆ ਜਿਹੜਾ ਰਾਖਵਾਂ ਰੱਖਣ ਤੋਂ ਬਾਅਦ ਜਿਹੜੀ ਹੈਗੀ ਅਫਸਰਸ਼ਾਹੀ ਆ ਉਹ ਮੈਨੇਜ ਕਰ ਜਾਂਦੀ ਆ, ਉਹ ਇਨਫਲੂਐਂਸ ਕਰਦੀ ਆ ਜੱਜਾਂ ਨੂੰ, ਤੇ ਖਾਸ ਕਰਕੇ ਸਿੱਖਾਂ ਦੇ ਮਾਮਲੇ ਵਿੱਚ ਉਹ ਇਨਫਲੂਐਂਸ ਬਹੁਤ ਆਪਾਂ ਕਹਿ ਸਕਦੇ ਹਾਂ ਵੀ ਕਲੋਜ਼ਲੀ ਇਨਫਲੂਐਂਸ ਕਰਦੇ ਆ ਤੇ ਉਹ ਕੇਸਾਂ ਦੇ ਜਿਹੜੇ ਫੈਸਲੇ ਆ ਫਿਰ ਜਿਹੜੀਆਂ ਉਮੀਦਾਂ ਤੋਂ ਉਲਟ ਆ ਜਾਂਦੇ ਨੇ। ਸੋ ਰਾਜੀਵ ਗਾਂਧੀ ਵਾਲੇ ਕੇਸ 'ਚ ਉਹਨਾਂ ਨੂੰ ਲੱਗਦਾ ਵੀ ਉਹਨਾਂ ਦੇ ਬਾਹਰ ਆਉਣ ਨਾਲ ਕੋਈ ਇਸ ਤਰ੍ਹਾਂ ਨੈਸ਼ਨਲ ਸਿਕਿਉਰਿਟੀ ਜਾਂ ਕੋਈ ਉਹ ਮੁੜ ਕੇ ਪੋਲੀਟੀਕਲ ਸਰਗਰਮੀ ਨਹੀਂ ਕਰਨਗੇ। ਇਹਨਾਂ ਤੋਂ ਸਿੱਖ ਕੈਦੀਆਂ ਤੋਂ ਲੱਗਦਾ ਵੀ ਮੁੜ ਕੇ ਪੰਜਾਬ ਵਿੱਚ ਉਹ ਪੋਲੀਟੀਕਲ ਸਰਗਰਮੀ ਕਰਨਗੇ ਜਿਹੜੀ ਪ੍ਰੋ ਸਿੱਖ ਹੋਊਗੀ ਉਹ ਸਿੱਖ ਨੈਸ਼ਨਲਿਜ਼ਮ ਦੀ ਕੌਮੀ ਭਾਵਨਾ। ਉਹਦੇ 'ਚ ਤਾਂ ਫਿਰ ਇਹ ਹੈ ਨਾ, ਜੇ ਮੰਨ ਲਓ ਕਿ ਜੇ ਆਪਾਂ ਕਾਨੂੰਨ ਦੇ ਹਿਸਾਬ ਨਾਲ ਦੇਖੀਏ ਕਿ ਤੁਸੀਂ ਕਹਿੰਦੇ ਹੋ ਵੀ ਆਹ ਬੰਦੇ ਨੇ ਕੁਛ ਗਲਤ ਕੀਤਾ ਹੈ ਤੇ ਇਹਨੂੰ ਤੁਸੀਂ ਫੜ ਕੇ ਅੰਦਰ ਦੇਤਾ, ਇਹਦੀ ਸਜ਼ਾ ਪੂਰੀ ਹੋ ਗਈ, ਤੁਹਾਡੇ ਕੋਲ ਤੁਹਾਡੀਆਂ ਫੋਰਸਿਸ ਤਾਂ ਹੈਗੀਆਂ ਨੇ ਨਾ, ਜੇ ਬੰਦਾ ਕੁਛ ਕਰੂਗਾ ਤੁਹਾਡੇ ਕਾਨੂੰਨ ਦੇ ਹਿਸਾਬ ਨਾਲ ਗਲਤ, ਤੁਸੀਂ ਚੱਕ ਕੇ ਫੇਰ ਅੰਦਰ ਦੇ ਦਿਓ, ਮਤਲਬ ਇਹਦੇ 'ਚ ਕੀ ਇੰਨੀ ਬੇਭਰੋਸ ਕੀ ਆਪਣੇ ਹੀ ਸਿਸਟਮ ਤੇ? ਜੀ ਹਾਂ, ਉਹ ਇਹ ਹੈ ਨਹੀਂ, ਪਰ ਉਹ ਵੱਡੀ ਗੱਲ ਬੇਭਰੋਸ ਕਿਹਦੀ, ਉਹਨਾਂ ਦਾ ਇਹ ਨਹੀਂ ਹੈਗਾ ਵੀ ਸਾਡਾ ਸਿਸਟਮ ਉਹਨਾਂ ਨੂੰ ਫੜ ਨਹੀਂ ਸਕਦਾ, ਜਿਹੜੀ ਉਹ ਇੱਕ ਹੁੰਦਾ ਵੀ ਹੌਲੀ ਹੌਲੀ ਜਲੀਲ ਜੇ ਕਰਦੇ ਜਾਓ ਨਾ ਵੀ ਲੰਬਾ ਪਾਈ ਜਾਓ, 5-10 ਸਾਲ ਹੋਰ ਕੱਢ ਦਿਓ। ਹਾਲਾਂਕਿ ਪ੍ਰਧਾਨ ਮੰਤਰੀ ਦਾ ਜਾਂ ਗ੍ਰਹਿ ਮੰਤਰੀ ਦਾ ਆਦੇਸ਼ਾਂ ਤੇ ਹੋਮ ਮਿਨਿਸਟਰੀ ਦੇ ਆਦੇਸ਼ ਆਏ ਹੋਣ ਤੇ ਉਹਨੂੰ ਕੋਈ ਗੌਰ ਹੀ ਨਹੀਂ ਕਰ ਰਿਹਾ। ਈਵਨ ਦਵਿੰਦਰਪਾਲ ਸਿੰਘ ਭੁੱਲਰ ਦਾ ਵੀ ਇਹ ਆ ਰਿਹਾ ਵੀ ਉਹਨਾਂ ਦੇ ਬਕਾਇਦਾ ਨਾਂ ਲੈ ਕੇ ਵੀ ਇਹਨਾਂ ਦੀ ਰਿਹਾਈ ਹੋਣੀ ਚਾਹੀਦੀ ਆ। ਹੁਣ ਸਾਰਾ ਕੁਝ ਈਵਨ ਅਦਾਲਤ 'ਚੋਂ ਵੀ ਕੇਸ ਹਾਰ ਗਏ ਹੋਏ ਨੇ ਹਨਾ, ਜਿਹੜਾ ਅਮਰਿੰਦਰਜੀਤ ਸਿੰਘ ਬਿੱਟੇ ਨੇ ਪਾਇਆ ਸੀ, ਜਿਹਦੇ ਬਾਵਜੂਦ ਉਹ ਜਸਟ ਉਹਨਾਂ ਦੀ ਪਿੰਚ ਕਰਨਾ। ਹੁਣ 8-10 ਬੰਦਿਆਂ ਦੇ ਉਹਨਾਂ ਨਾਲ ਕੋਈ ਇਸ ਤਰ੍ਹਾਂ ਦਾ ਵੱਡਾ ਨਹੀਂ ਆ ਰਿਹਾ। ਤੇ ਇੱਕ ਹੈਗਾ ਵੀ ਜਿਹੜਾ 15-20 ਦਿਨਾਂ ਦੌਰਾਨ ਮਾਰਚ ਦੇ ਮਹੀਨੇ ਜਿਹੜਾ ਇੱਕ ਸਿਰਜਿਆ ਗਿਆ ਮਾਹੌਲ ਸਿਰਜਿਆ ਗਿਆ, ਉਹਦਾ ਸਾਰਾ ਇਨਫਲੂਐਂਸ ਜੱਜਾਂ ਤੇ ਪਾ ਕੇ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਮੈਨੇਜ ਕਰ ਲਿਆ ਜਾਂਦਾ। ਸਿੱਖਾਂ ਦੇ ਕੇਸਾਂ ਵਿੱਚ ਆਮ ਤੌਰ ਤੇ ਮੈਨੇਜ ਕਰ ਲਿਆ ਜਾਂਦਾ ਅਦਾਲਤਾਂ ਨੂੰ। ਜੀ ਬਿਲਕੁਲ ਜੀ। ਤੇ ਦੂਜੇ ਬੰਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਪਿਛਲੇ ਦਿਨੀ ਉਹਨਾਂ ਦਾ ਜਿਹੜਾ ਭੋਗ ਹੈਗਾ ਉਹ ਹੋਇਆ ਹੈਗਾ, ਅਰਦਾਸ ਜਿਹੜੀ ਹੈਗੀ ਹੈ ਅੰਤਿਮ ਅਰਦਾਸ ਜਿਹੜੀ ਆਪਾਂ ਕਹਿ ਲੈਂਦੇ ਉਹ ਵੀ ਹੋਈ ਹੈ, ਜਿੱਥੇ ਵੱਖ-ਵੱਖ ਸ਼ਖਸੀਅਤਾਂ ਨੇ ਜਿਹੜਾ ਉੱਥੇ ਸ਼ਮੂਲੀਅਤ ਕੀਤੀ। ਉਹਨਾਂ ਦੇ ਵਿੱਚੋਂ ਕੁਝ ਖਾਸ ਹਸਤੀਆਂ ਵੀ ਆਈਆਂ। ਗ੍ਰਹਿ ਮੰਤਰੀ ਅਮਿਤ ਸ਼ਾਹ ਉੱਥੇ ਪੁੱਜੇ ਔਰ ਉਹਨਾਂ ਨੇ ਖਾਸ ਕਰਕੇ ਉਹਨਾਂ ਨੂੰ ਮਹਾਮਾਨਵਤਕ ਦਾ ਦਰਜਾ ਦਿੱਤਾ। ਫਿਰ ਉਹਨਾਂ ਨੇ ਕਿਹਾ ਕਿ ਹਿੰਦੂ ਸਿੱਖ ਭਾਈਚਾਰੇ ਦਾ ਜਿਹੜਾ ਇੱਕ ਸਰਦਾਰ ਸੀ ਉਹ ਜਿਹੜਾ ਹੈ ਉਹ ਚਲਾ ਗਿਆ। ਕੀ ਕਹੋਗੇ ਤੁਸੀਂ ਗ੍ਰਹਿ ਮੰਤਰੀ ਜੋ ਕਿ ਭਾਰਤ ਦੇ ਉੱਥੇ ਆਉਂਦੇ ਨੇ ਉਹਨਾਂ ਦੀ ਵਿਜ਼ਿਟ ਬਾਰੇ ਜਾਂ ਉਹਨਾਂ ਵੱਲੋਂ ਜੋ ਕੁਝ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਬਾਰੇ ਕਿਹਾ ਗਿਆ? ਹਾਂਜੀ, ਸੋ ਜੇ ਆਪਾਂ ਉਹਨਾਂ ਦੇ ਜਿਹੜੀ ਭਾਰਤੀ ਜਨਤਾ ਪਾਰਟੀ ਆ ਜਾਂ ਉਹਨਾਂ ਨਾਲ ਜੁੜੀਆਂ ਹੋਈਆਂ ਬਾਕੀ ਜਿਹੜੇ ਸੰਗਠਨ ਨੇ ਸੰਘ ਪਰਿਵਾਰ ਦੇ, ਜੇ ਉਹਨਾਂ ਦੇ ਨਜ਼ਰੀਏ ਤੋਂ ਦੇਖੀਏ ਤਾਂ ਪ੍ਰਕਾਸ਼ ਸਿੰਘ ਬਾਦਲ ਦਾ ਵਿਛੋੜਾ ਹੈ ਜਾਂ ਉਹਨਾਂ ਦੀ ਮੌਤ ਆ ਉਹਨਾਂ ਲਈ ਬਹੁਤ ਵੱਡਾ ਘਾਟਾ ਹੈ ਨਾ। ਜੀ। ਸੋ ਉਹ ਇੱਕ ਵੱਡੇ ਪ੍ਰੋਜੈਕਟ ਤੇ ਕੰਮ ਸ਼ੁਰੂ ਹੋਇਆ 1992-93 ਤੋਂ ਬਾਅਦ ਵੀ ਸਿੱਖਾਂ ਦਾ ਰਾਸ਼ਟਰੀਕਰਨ ਕਰਿਆ ਜਾਵੇ। ਸਿੱਖਾਂ ਵਿੱਚ ਜਿਹੜੀਆਂ ਆਪਣੀਆਂ ਕੌਮੀ ਨਿਆਰੀ ਹਸਤੀ ਦੀਆਂ ਜਿਹੜੀਆਂ ਭਾਵਨਾਵਾਂ ਨੇ ਲਗਾਤਾਰ ਪ੍ਰਬਲ ਹੋ ਰਹੀਆਂ ਨੇ, ਸੋ ਉਹਨਾਂ ਨੂੰ ਕਿਸੇ ਤਰ੍ਹਾਂ ਖਤਮ ਕਰਕੇ ਉਹਨਾਂ ਵਿੱਚ ਭਾਰਤੀਅਤਾ ਦੀ ਜਾਂ ਜਿਹੜੀ ਸਿੱਖੀ ਦੀ ਇੱਕ ਜਜ਼ਬੇ ਵਾਲਾ ਧਾਰਮਿਕ ਰੰਗ ਆ ਜਿਹੜਾ ਉਹ ਖਤਮ ਕਰਕੇ ਉਹਨਾਂ ਵਿੱਚ ਕਿਤੇ ਨਾ ਕਿਤੇ ਜਿਹੜਾ ਆਪਾਂ ਕਹਿ ਸਕਦੇ ਹਾਂ ਵਿਪਰਨ ਕੀ ਰੀਤ ਨੂੰ ਮਿਲਾਉਣ ਦਾ ਜਿਹੜਾ ਇੱਕ ਪ੍ਰੋਜੈਕਟ ਤੇ ਕੰਮ ਹੋਇਆ। ਸੋ ਉਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਸੰਘ ਪਰਿਵਾਰ ਦਾ ਤੇ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਬਹੁਤ ਵੱਡਾ ਸਾਥ ਦਿੱਤਾ। ਸੋ ਆਪਾਂ ਪਿਛਲੇ ਪ੍ਰੋਗਰਾਮ 'ਚ ਕਿਹਾ ਸੀਗਾ ਵੀ ਸਿੱਖਾਂ ਦੀ ਤਸਵੀਰ ਬਦਲਣ ਦਾ ਯਤਨ ਕਰਿਆ ਉਹਨਾਂ ਨੇ ਹਨਾ। ਸੋ ਜਿਹੜੀ ਕੌਮੀ ਤਸਵੀਰ ਆ, ਕੌਮੀ ਚੇਤਨਤਾ, ਕੌਮੀ ਜਾਗਰਤੀ ਆ, ਉਹਨੂੰ ਖਤਮ ਕਰਕੇ ਉਹਨਾਂ ਦਾ ਰਾਸ਼ਟਰੀਕਰਨ, ਭਾਰਤੀਕਰਨ ਜਾਂ ਆਪਾਂ ਕਹਿ ਸਕਦੇ ਆ ਵੀ ਹਿੰਦੂਕਰਨ ਕਰਨ ਦਾ ਯਤਨ ਕਰਿਆ ਸੀ। ਸੋ ਇਸ ਮਾਮਲੇ ਵਿੱਚ
ਜਿੰਨੀ ਅਗਾਂਹ ਤੱਕ ਪ੍ਰਕਾਸ਼ ਸਿੰਘ ਬਾਦਲ ਚਲੇ ਗਏ ਸੀਗੇ ਰਾਜਨੀਤਿਕ ਜਾਂ ਵਿਚਾਰਧਾਰਕ ਤੌਰ ਤੇ, ਸੋ ਉਹਨਾਂ ਮੈਨੂੰ ਲੱਗਦਾ ਵੀ ਭਵਿੱਖ ਵਿੱਚ ਕੋਈ ਵੀ ਸਿੱਖ ਲੀਡਰ ਇੰਨਾ ਵੱਡਾ ਜਿਗਰਾ ਨਹੀਂ ਕਰ ਸਕਦਾ। ਸੋ ਬਕਾਇਦਾ ਸੋ ਜੋ ਅਮਿਤ ਸ਼ਾਹ ਉਹਨਾਂ ਨੇ ਕਿਹਾ ਉਹ ਬਕਾਇਦਾ ਉਹਨਾਂ ਲਈ ਵੱਡਾ ਘਾਟਾ ਹੈ। ਸੋ ਕਿਉਂਕਿ ਉਹਨਾਂ ਦਾ ਇਹ ਹੈਗਾ ਵੀ ਰਾਜਨੀਤਿਕ ਤੌਰ ਤੇ ਸਿੱਖਾਂ ਨੇ ਬਹੁਤਾ ਕੁਝ ਨਹੀਂ ਬਣਾਇਆ, ਪਰ ਵਿਚਾਰਧਾਰਕ ਤੌਰ ਤੇ ਜੋ ਗਵਾ ਲਿਆ ਇਸ ਸਮੇਂ ਦੌਰਾਨ, ਸੋ ਹਿੰਦੂ ਸੰਗਠਨਾਂ ਦਾ, ਸਿੱਖ ਜੀਵਨ ਜਾਂਚ ਵਿੱਚ ਘੁਸਪੈਠ, ਸਿੱਖ ਸੰਸਥਾਵਾਂ ਵਿੱਚ ਘੁਸਪੈਠ, ਖਾਲਸਾ ਕਾਲਜਾਂ ਵਿੱਚ ਉਹਨਾਂ ਦੇ ਪ੍ਰੋਫੈਸਰ ਵਗੈਰਾ ਲੱਗਣੇ ਹੈ ਨਾ, ਈਵਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਨਾ, ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਨਾ, ਔਰ ਸਿੱਖੀ ਦੀ ਵਿਆਖਿਆ, ਇਤਿਹਾਸ ਦੀ ਵਿਆਖਿਆ, ਈਵਨ ਕਿ ਮਾਹੌਲ ਇੱਥੋਂ ਤੱਕ ਪਹੁੰਚ ਗਿਆ ਕਿ ਗੁਰੂ ਸਾਹਿਬਾਨ ਦੇ ਖਿਲਾਫ ਹਿੰਦੀ ਦੇ ਵਿੱਚ ਕਿਤਾਬ ਹੀ ਜਿਹੜੀ 1999 ਛਾਪ ਦਿੱਤੀ ਗਈ, ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਇਸ ਤਰ੍ਹਾਂ ਦਾ ਜਿਹੜਾ ਇਹ ਸਿੱਖਾਂ ਦੇ ਨੁਕਸਾਨ ਹੋਏ ਸੀ, ਇਹ ਉਹਨਾਂ ਲਈ ਫਾਇਦਾ ਸੀਗਾ ਨਾ, ਸੰਘ ਪਰਿਵਾਰ ਵਾਲੀਆਂ ਜਿਹੜੀਆਂ ਜਥੇਬੰਦੀਆਂ। ਸੋ ਉਹਨਾਂ ਦਾ ਗ੍ਰਹਿ ਮੰਤਰੀ, ਉਹਨਾਂ ਦਾ ਇਹ ਬਿਲਕੁਲ ਕਹਿਣਾ ਵੀ ਉਹ ਮਹਾਮਾਨਵ ਸੀ, ਉਹਨਾਂ ਦੇ ਹਿਸਾਬ ਨਾਲ ਮਹਾਮਾਨਵ ਸੀ। ਆਪਾਂ ਉਹਨੂੰ ਜਿਸ ਤਰ੍ਹਾਂ ਮਰਜ਼ੀ ਦੇਖਿਓ, ਕਿਉਂਕਿ ਇੰਨਾ ਵੱਡਾ ਜਿਹੜਾ ਜਿਗਰਾ ਕਰ ਲੈਣਾ, ਔਰ ਇੰਨੇ ਵੱਡੇ ਕ੍ਰਾਈਸਿਸ ਤੋਂ ਬਾਅਦ ਜਦੋਂ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਹੋਵੇ, ਇੰਨੀਆਂ ਸ਼ਹਾਦਤਾਂ ਹੋ ਗਈਆਂ ਹੋਣ, 10-12 ਸਾਲ ਸਿੱਖਾਂ ਦਾ ਕਤਲੇਆਮ ਹੋਇਆ ਹੋਵੇ ਨਾ, ਉਹ ਤੋਂ ਬਾਅਦ ਮਤਲਬ ਕਿ ਇਹ ਫੈਸਲਾ ਕਰ ਲੈਣਾ ਵੀ ਮੈਂ ਸਟੇਟ ਨਾਲ ਚੱਲੂਗਾ ਆਪਣੇ ਭਾਈਚਾਰੇ ਦਾ ਵਿਰੋਧ ਕਰਕੇ। ਸੋ ਬਕਾਇਦਾ ਉਹਨਾਂ ਦਾ ਦਰਦ ਸਮਝ ਆਉਂਦਾ, ਉਹ ਆਪਣੇ ਪਰਸਪੈਕਟਿਵ ਤੋਂ ਬਿਲਕੁਲ ਠੀਕ ਨੇ ਹਨਾ। ਉਹਨਾਂ ਨੂੰ ਹੁਣ ਦੁਬਾਰੇ ਉਸ ਤਰ੍ਹਾਂ ਦਾ ਲੀਡਰ ਲੱਭਣਾ ਬਹੁਤ ਮੁਸ਼ਕਲ ਹੋਏਗਾ, ਇਸੇ ਕਰਕੇ ਉਹ ਜਿਹੜਾ ਦਰਦ ਹੈ ਉਹ ਲਗਾਤਾਰ ਝਲਕ ਰਿਹਾ ਹੈ। ਜੀ ਬਿਲਕੁਲ। ਤੇ ਦੂਜੇ ਬੰਨੇ ਸਿੰਘ ਸਾਹਿਬ, ਭਾਈ ਹਰਪ੍ਰੀਤ ਸਿੰਘ ਹੋਣਾ ਵੱਲੋਂ ਵੀ ਬੋਲਦੇ ਹੋਏ ਉਹਨਾਂ ਨੇ ਵੀ ਕੁਝ ਅਹਿਮ ਗੱਲਾਂ ਕੀਤੀਆਂ, ਕੁਝ ਡਾਇਰੈਕਟਲੀ ਕੀਤੀਆਂ, ਕੁਝ ਇਨਡਾਇਰੈਕਟਲੀ ਕੀਤੀਆਂ, ਜਿਸ ਦੇ ਵਿੱਚ ਖਾਸ ਕਰਕੇ ਵੱਧ ਅਧਿਕਾਰਾਂ ਦੀ ਜਿਹੜੀ ਗੱਲ ਹੈ ਕੀਤੀ ਗਈ। ਸਰਦਾਰ ਅਵਤਾਰ ਸਿੰਘ ਜੀ, ਕੀ ਇਸ ਨੂੰ ਆਪਾਂ ਅਨੰਦਪੁਰ ਸਾਹਿਬ ਦੇ ਮਤੇ ਨਾਲ ਜੋੜ ਕੇ ਦੇਖ ਸਕਦੇ ਹਾਂ ਜਾਂ ਕੁਝ ਗੱਲਾਂ ਲੁਕਾਈਆਂ ਵੀ ਗਈਆਂ ਫਿਰ? ਹਾਂਜੀ। ਸੋ ਸਿੰਘ ਸਾਹਿਬ ਨੇ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਸ਼ਰਧਾਂਜਲੀ ਦੇਣ ਵੇਲੇ, ਕਿਉਂਕਿ ਗ੍ਰਹਿ ਮੰਤਰੀ ਉੱਥੇ ਬੈਠੇ ਸੀ, ਉਹਨਾਂ ਨੇ ਇਹ ਗੱਲ ਕਹੀ ਹੈਗੀ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜੀ ਰਾਜਨੀਤੀ ਸੀ ਉਹ ਇਸ ਗੱਲ ਤੇ ਧੁਰੇ ਦੁਆਲੇ ਘੁੰਮਦੀ ਸੀ ਵੀ ਜੇ ਦੇਸ਼ ਨੇ ਮਜ਼ਬੂਤ ਹੋਣਾ ਤਾਂ ਰਾਜ ਮਜ਼ਬੂਤ ਹੋਣੇ ਚਾਹੀਦੇ ਆ, ਜੇ ਰਾਜ ਮਜ਼ਬੂਤ ਹੋਣਗੇ ਤਾਂ ਹੀ ਦੇਸ਼ ਮਜ਼ਬੂਤ ਹੋਏਗਾ। ਸੋ ਰਾਜਾਂ ਨੂੰ ਮਜ਼ਬੂਤ ਹੋਣ ਲਈ ਉਹਨਾਂ ਨੂੰ ਵੱਧ ਅਧਿਕਾਰ ਦੇਣੇ ਚਾਹੀਦੇ ਹੈਗੇ ਆ, ਜਿਹੜੇ ਵੱਧ ਅਧਿਕਾਰ ਕੇ ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਪ੍ਰਮਾਣਿਤ ਕੀਤੇ ਗਏ ਸੀ। ਸੋ ਉਹਨਾਂ ਨੇ ਕਿਹਾ ਵੀ ਗ੍ਰਹਿ ਮੰਤਰੀ ਉਹਨਾਂ ਨੂੰ ਚਾਹੀਦਾ ਜਾਂ ਸਮੇਂ ਦੀਆਂ ਸਰਕਾਰਾਂ ਨੂੰ ਚਾਹੀਦਾ ਵੀ ਜੇ ਪ੍ਰਕਾਸ਼ ਸਿੰਘ ਬਾਦਲ ਨੂੰ ਸੱਚੀ ਸ਼ਰਧਾਂਜਲੀ ਦੇਣੀ ਆ ਤਾਂ ਉਹ ਰਾਜਾਂ ਨੂੰ ਮਜ਼ਬੂਤ ਕਰਨ ਲਈ ਰਾਜਾਂ ਨੂੰ ਵੱਧ ਅਧਿਕਾਰ ਦੇਣ, ਤਾਂ ਕਿ ਜੇ ਰਾਜਾਂ ਨੂੰ ਵੱਧ ਅਧਿਕਾਰ ਦਿੱਤੇ ਜਾਣਗੇ ਤਾਂ ਹੀ ਜਿਹੜਾ ਹੈਗਾ ਦੇਸ਼ ਉਹ ਮਜ਼ਬੂਤ ਰਹਿ ਸਕਦਾ। ਇੱਥੇ ਹੈ ਕਿ ਵੀ ਇੱਥੋਂ ਤੱਕ ਤਾਂ ਜਿਹੜੀਆਂ ਗੱਲਾਂ ਨੇ ਠੀਕ ਸੀ, ਪਰ ਸਿੰਘ ਸਾਹਿਬ ਇੱਕ ਜਿਹੜੀ ਗੱਲ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਮਿਸ ਕਰ ਗਿਆ, ਉਹ ਇਹ ਸੀ ਵੀ ਪ੍ਰਕਾਸ਼ ਸਿੰਘ ਬਾਦਲ ਨੇ ਹੀ ਅਨੰਦਪੁਰ ਸਾਹਿਬ ਦੇ ਮਤੇ ਦਾ ਤੇ ਪੰਥਕ ਰਾਜਨੀਤੀ ਦਾ ਭੋਗ ਵੀ ਪਾ ਦਿੱਤਾ ਹੋਇਆ ਸੀ ਨਾ। ਕਿਸੇ ਜਦੋਂ ਉਹਨਾਂ ਨੇ ਟਵਿਸਟ ਕਰਿਆ, ਜਦੋਂ ਉਹਨਾਂ ਨੇ ਰਾਸ਼ਟਰਵਾਦ ਵਾਲੀ ਪੌੜੀ ਚੜ੍ਹੀ ਆ ਹਨਾ ਵੀ ਉਹ ਉਸ ਲੀਹ ਤੇ ਪਏ ਆ, ਫਿਰ ਉਹਨਾਂ ਨੇ ਅਨੰਦਪੁਰ ਸਾਹਿਬ ਦਾ ਮਤਾ, ਸੰਘਰਸ਼ ਔਰ ਜਿਹੜੇ ਵੱਧ ਅਧਿਕਾਰ ਸੀ ਉਹਨਾਂ ਤੋਂ ਮੋੜਾ ਕੱਟ ਕੇ ਉਹ ਜਿਹੜੀ ਸੈਂਟਰਲਾਈਜ਼ਡ ਪਾਲਿਸੀ ਆ ਉਹਦੀ ਹਮਾਇਤ ਕਰਨੀ ਸ਼ੁਰੂ ਕਰ ਦਿੱਤੀ ਸੀ। ਇਹ ਸਿੰਘ ਸਾਹਿਬ ਮਿਸ ਕਰ ਗਏ ਆ, ਬਾਕੀ ਉਹਨਾਂ ਦੀਆਂ ਗੱਲਾਂ ਠੀਕ ਸੀ। ਜੀ ਬਿਲਕੁਲ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ, ਉਹਨਾਂ ਨੇ ਵੀ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਹੈ ਉਹ ਮਸਲਾ ਇੱਕ ਵਾਰ ਫਿਰ ਦੁਬਾਰਾ, ਕਿਉਂਕਿ ਗ੍ਰਹਿ ਮੰਤਰੀ ਸਾਹਮਣੇ ਬੈਠੇ ਸੀ ਤੇ ਉਹਨਾਂ ਨੇ ਵੀ ਉਹ ਮੌਕਾ ਨਹੀਂ ਛੱਡਿਆ ਹੈਗਾ, ਕਿਵੇਂ ਦੇਖਦੇ ਹੋ ਇਸ ਨੂੰ? ਹਾਂਜੀ। ਸੋ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਨੇ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਚਲਾ ਰਹੀ ਹੈਗੀ ਆ ਬੰਦੀ ਸਿੰਘਾਂ ਦੀ ਰਿਹਾਈ ਦਾ, ਸੋ ਅਸੀਂ ਸਮਝਦੇ ਆ ਇੱਕ ਮੌਕੇ ਦੀ ਉਹਨਾਂ ਨੇ ਠੀਕ ਆ ਵੀ ਵਰਤੋਂ ਕਰੀ ਹੈਗੀ ਆ। ਜਦੋਂ ਗ੍ਰਹਿ ਮੰਤਰੀ ਉਹਨੇ ਕਹਿ ਰਹੇ ਸੀ ਕਿ ਵੀ ਮੇਰੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨਾਲ ਇੰਨੇ ਨੇੜਲੇ ਸੰਬੰਧ ਰਹੇ ਆ, ਜਾਂ ਅਸੀਂ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਬਜ਼ੁਰਗਾਂ ਦੇ ਤੌਰ ਤੇ ਮੰਨਦੇ ਰਹੇ ਹਾਂ, ਜਦੋਂ ਵੀ ਅਸੀਂ ਉਹਨਾਂ ਕੋਲ ਆਏ ਤਾਂ ਉਹਨਾਂ ਤੋਂ ਕੁਛ ਨਾ ਕੁਛ ਸਿੱਖਿਆ ਹੈ, ਤਾਂ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇਹ ਰੀਝ ਸੀ ਆਖਰੀ ਵੀ ਮੇਰੇ ਜਿਉਂਦੇ ਜੀ ਆ ਜਿਹੜੇ ਬੰਦੀ ਸਿੰਘ ਬਾਹਰ ਆ ਜਾਣ ਹਨਾ। ਉਹ ਕਹਿੰਦੇ ਮੈਂ ਜਦੋਂ ਵੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਮਿਲਦਾ ਸੀ ਉਹ ਮੇਰੇ ਨਾਲ ਇਹ ਸਾਂਝਾ ਕਰਦੇ ਸੀ ਵੀ ਬੰਦਾ ਸਿੰਘਾਂ ਦੀ ਰਿਹਾਈ ਦਾ ਮਸਲਾ ਜਿਹੜਾ ਅਕਾਲੀ ਦਲ ਦਾ ਇੱਕ ਇਸ ਵੇਲੇ ਕੋਰ ਮਸਲਾ ਹੈ। ਸੋ ਉਹਨਾਂ ਨੇ ਕਿਹਾ ਵੀ ਗ੍ਰਹਿ ਮੰਤਰੀ ਸਾਹਿਬ ਤੁਹਾਡੇ ਹੱਥ ਵਿੱਚ ਪਾਵਰ ਹੈਗੀ ਆ ਹੁਣ, ਤੇ ਤੁਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਹੋ, ਇੱਥੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਸ਼ਰਧਾਂਜਲੀ ਦੇਣ ਆਏ ਹੋ, ਸੋ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਉਹਨਾਂ ਦੀ ਆਖਰੀ ਇੱਛਾ ਪੂਰੀ ਕਰੀ ਜਾਵੇ। ਸੋ ਆਖਰੀ ਇੱਛਾ ਉਹਨਾਂ ਦੀ ਇਹੀ ਸੀ ਵੀ ਮੇਰੇ ਜਿਉਂਦੇ ਜੀ ਆ ਜਿਹੜੇ ਸਿੰਘ ਨੇ ਉਹ ਜੇਲ੍ਹਾਂ ਚੋਂ ਬਾਹਰ ਆ ਜਾਣ ਤੇ ਉਹ ਆਪਣਾ ਜਿਹੜਾ ਜੀਵਨ ਆ ਆਪਣੇ ਢੰਗ ਨਾਲ ਜਿਉਣ। ਤੇ ਉਹਨਾਂ ਨੇ ਹਰਜਿੰਦਰ ਸਿੰਘ ਧਾਮੀ ਨੇ ਸਾਨੂੰ ਲੱਗਦਾ ਵੀ ਇੱਕ ਵੱਡੀ ਸਿੱਖ ਸੰਸਥਾ ਦੇ ਮੁਖੀ ਹੋਣ ਦੇ ਨਾਤੇ ਇੱਕ ਜਿਹੜੀ ਨੈਤਿਕ ਜ਼ਿੰਮੇਵਾਰੀ ਸੀ ਹਰਜਿੰਦਰ ਸਿੰਘ ਧਾਮੀ ਨੇ ਨਿਭਾਈ ਹੈ, ਔਰ ਉਹਨਾਂ ਨੇ ਆਪਣਾ ਜਿਹੜਾ ਏਜੰਡਾ ਹੈ ਪੰਥਕ ਏਜੰਡਾ ਉਹਨੂੰ ਅੱਗੇ ਲਿਜਾਣ ਦਾ ਯਤਨ ਕਰਿਆ। ਸੋ ਅਸੀਂ ਸਮਝਦੇ ਹਾਂ ਵੀ ਇੱਕ ਉਹਨਾਂ ਨੇ ਚੰਗਾ ਕਦਮ ਉਠਾਇਆ ਹੈ। ਜੀ ਬਿਲਕੁਲ। ਤੇ ਦੂਜੇ ਬੰਨੇ ਜਿਸ ਤਰੀਕੇ ਦੇ ਨਾਲ ਇਹ ਸਾਰਾ ਮਾਹੌਲ ਰਿਹਾ, ਇੱਧਰੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਜਿਹੜੀ ਹੈ ਮੌਤ ਹੁੰਦੀ ਹੈ, ਉਸ ਤੋਂ ਬਾਅਦ ਆਪਾਂ ਦੇਖਿਆ ਕਿ ਪ੍ਰਧਾਨ ਮੰਤਰੀ ਪਹਿਲਾਂ ਆਉਂਦੇ ਨੇ, ਗ੍ਰਹਿ ਮੰਤਰੀ ਆਉਂਦੇ ਨੇ, ਬੀਜੇਪੀ ਦੇ ਹੋਰ ਵੀ ਸਾਰੇ ਲੀਡਰ ਆਉਂਦੇ ਨੇ। ਇੱਕ ਤਰ੍ਹਾਂ ਦਾ ਜਿਹੜਾ ਮਾਹੌਲ ਜਿਹੜਾ ਹੈ ਕੁਝ ਲੋਕਾਂ ਦਾ ਆਪਾਂ ਕਹੀਏ ਕਿ ਕੋਈ ਕਿਤੇ ਨਾ ਕਿਤੇ ਡਿਬੇਟ ਇਹ ਚੱਲ ਰਹੀ ਹੈਗੀ ਕਿ ਸ਼ਾਇਦ ਇਹ ਹੋ ਸਕਦਾ ਹੈ ਕਿ ਅਕਾਲੀ ਭਾਜਪਾ ਗੱਠਜੋੜ
ਦੁਬਾਰਾ ਹੋ ਜਾਵੇ, ਇਸ ਦੀ ਇੱਕ ਪਿੱਠ ਭੂਮੀ ਜਿਹੜੀ ਹੈ ਉਹ ਤਿਆਰ ਕੀਤੀ ਜਾ ਰਹੀ, ਤੁਸੀਂ ਇਹਦੇ ਨਾਲ ਕਿਵੇਂ ਦੇਖਦੇ ਹੋ? ਹਾਂਜੀ, ਵੈਸੇ ਜੇ ਤੁਸੀਂ ਗ੍ਰਹਿ ਮੰਤਰੀ ਦਾ ਵੀ ਸਾਰਾ ਬਿਆਨ ਸੁਣੋ, ਉਹਦੇ ਵਿੱਚ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦਾ ਵਾਰ-ਵਾਰ ਨਾਂ ਲਿਆ, ਬੀਬਾ ਹਰਸਿਮਰਤ ਕੌਰ ਬਾਦਲ ਉਹਨਾਂ ਦਾ ਨਾਂ ਲਿਆ, ਉਹਨੂੰ ਭੈਣ ਜੀ ਦੇ ਤੌਰ ਤੇ ਕਹਿ ਕੇ ਸੰਬੋਧਨ ਕਰਿਆ ਹਨਾ। ਸੋ ਜੇ ਸੰਕੇਤ ਇਹ ਨੇ ਤਾਂ ਉਹਦੇ ਤੋਂ ਲੱਗ ਸਕਦਾ ਹੈਗਾ ਵੀ ਜਿਹੜਾ ਭਾਜਪਾ ਤੇ ਅਕਾਲੀ ਦਲ ਦਾ ਗੱਠਜੋੜ ਆ ਉਹ ਦੁਬਾਰਾ ਹੋ ਸਕਦਾ ਹੈ। ਸੋ ਉਹਦੇ ਚੋਂ ਮਨਪ੍ਰੀਤ ਸਿੰਘ ਇਆਲੀ ਦੇ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਜਿਹੜੇ ਬਿਆਨ ਆਏ ਨੇ ਉਹ ਭੋਗ ਤੋਂ ਬਾਅਦ, ਉਹ ਵੀ ਕੁਛ ਨਾ ਕੁਛ ਸੰਕੇਤ ਕਰਦੇ ਹੈਗੇ ਆ ਵੀ ਦੋਹਾਂ ਦਾ ਗੱਠਜੋੜ ਹੋ ਸਕਦਾ। ਪਰ ਹੁਣ ਉਹਦੇ ਵਿੱਚ ਵੱਡੀ ਗੱਲ ਇਹ ਹੋਊਗੀ ਵੀ ਜਿਹੜਾ ਫੈਸਲਾ ਕੁਨ ਤਾਕਤ ਹੋਊਗੀ। ਅੱਗੇ ਅਕਾਲੀ ਭਾਜਪਾ ਗੱਠਜੋੜ ਵਿੱਚ ਫੈਸਲਾ ਕੁਨ ਤਾਕਤ ਅਕਾਲੀ ਦਲ ਹੁੰਦਾ ਸੀ। ਹੁਣ ਜੇ ਅਕਾਲੀ ਦਲ ਦਾ ਗੱਠਜੋੜ ਹੁੰਦਾ, ਉਹਨਾਂ ਨੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਅਕਾਲੀ ਦਲ ਨੂੰ ਨੁਕਰੇ ਹੀ ਇੰਨਾ ਲਾ ਦਿੱਤਾ ਵੀ ਹੁਣ ਫੈਸਲਾ ਕੁਨ ਰੋਲ ਭਾਜਪਾ ਦਾ ਹੋਊਗਾ, ਅਕਾਲੀ ਦਲ ਦਾ ਨਹੀਂ ਹੋਊਗਾ। ਆਪਾਂ ਦੇਖਿਆ ਕਿ ਇੱਧਰੋਂ ਗ੍ਰਹਿ ਮੰਤਰੀ ਜਾਂਦੇ ਨੇ, ਅਗਲੇ ਦਿਨ ਹੀ 2 ਜੁਆਇਨਿੰਗ ਜਿਹੜੀਆਂ ਫੇਰ ਹੋ ਜਾਂਦੀਆਂ ਨੇ। ਇੱਕ ਮੇਰੇ ਖਿਆਲ ਚਰਨਜੀਤ ਸਿੰਘ ਅਟਵਾਲ ਹੋਣੀ ਉਹ ਜਾ ਕੇ ਭਾਜਪਾ ਸ਼ਾਮਿਲ ਹੋ ਜਾਂਦੇ ਨੇ। ਬਹੁਤ ਸਾਰੇ ਅਕਾਲੀ ਜਿਹੜੇ ਨੇ ਪਿਛਲੇ ਦਿਨਾਂ 'ਚ ਹੋਏ ਹੈਗੇ ਨੇ, ਤੇ ਫਿਰ ਮਤਲਬ ਉਹਨਾਂ ਦਾ ਅਪਰ ਹੈਂਡ ਹੋਏਗਾ। ਹਾਂਜੀ। ਸੋ ਜੇ ਹੁਣ ਗੱਠਜੋੜ ਹੁੰਦਾ ਹੈ ਤਾਂ ਉਹਨਾਂ ਦਾ ਭਾਰਤੀ ਜਨਤਾ ਪਾਰਟੀ ਫੈਸਲਾ ਕੁਨ ਰੋਲ 'ਚ ਹੋਊਗੀ। ਹੁਣ ਉਹ 23 ਸੀਟਾਂ ਤੱਕ ਨਹੀਂ ਹੋਊਗੀ, ਇਹ ਹੋਊਗਾ ਵੀ 23 ਅਕਾਲੀ ਦਲ ਨੂੰ ਦਿਓ, ਬਾਕੀ ਸਾਰੀਆਂ ਜਿਹੜੀਆਂ ਹੈਗੀਆਂ ਤੇ ਕੀ ਸੁਖਬੀਰ ਸਿੰਘ ਬਾਦਲ ਇਹ ਸਾਰਾ ਕੁਝ ਐਕਸੈਪਟ ਕਰਨਗੇ? ਕਿਉਂਕਿ ਆਪਾਂ ਦੇਖਿਆ ਕਿ ਉਹਨਾਂ ਦੀ ਜਿਹੜੀ ਰਾਜਨੀਤੀ ਹੈ ਥੋੜੀ ਜਿਹੀ ਕਿਤੇ ਨਾ ਕਿਤੇ ਧੜੱਲੇ ਵਾਲੀ ਰਹੀ ਹੈ। ਇੱਥੇ ਆਪਾਂ ਉਹਨਾਂ ਦੀ ਕੋਈ ਪ੍ਰਮੋਸ਼ਨ ਜਾਂ ਇਸ ਤਰ੍ਹਾਂ ਨਹੀਂ ਕਰ ਰਹੇ, ਪਰ ਕਿਤੇ ਨਾ ਕਿਤੇ ਕੁਝ ਫਰਕ ਤਾਂ ਹੈ। ਇਹਨੂੰ ਕਿਵੇਂ ਦੇਖਦੇ ਹੋ? ਹਾਂਜੀ, ਇਹ ਤੁਹਾਡਾ ਬਹੁਤ ਅਹਿਮ ਸਵਾਲ ਆ। ਸੋ ਇਹਦਾ ਸਾਰਾ ਜਿਹੜਾ ਅਕਾਲੀ ਭਾਜਪਾ ਗੱਠਜੋੜ ਦਾ ਹੁਣ ਕੰਪਲੈਕਸ ਜਿਹੜਾ ਇੱਥੇ ਸਿਰਜਿਆ ਹੋਇਆ, ਉਹਦੀ ਸਭ ਤੋਂ ਇੰਪੋਰਟੈਂਟ ਕੜੀ ਹੋਈ ਇਹ ਹੈਗੀ ਆ। ਪ੍ਰਕਾਸ਼ ਸਿੰਘ ਬਾਦਲ ਇੱਕ ਵੱਖਰੇ ਸੁਭਾਅ ਦੇ ਨੇਤਾ ਸੀ, ਸੁਖਬੀਰ ਸਿੰਘ ਬਾਦਲ ਬਿਲਕੁਲ ਹੀ ਵੱਖਰੇ ਸੁਭਾਅ ਦੇ ਨੇਤਾ ਨੇ ਹਨਾ। ਸੋ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਨਿਮਰਤਾ ਤੇ ਨਿਰਮਾਣਤਾ, ਸੋ ਕਾਲਡ ਨਿਮਰਤਾ ਤੇ ਨਿਰਮਾਣਤਾ ਜਿਹੜੀ ਦੇਖਣ ਨੂੰ ਲੱਗਦੀ ਹੈ, ਉਹਦੇ ਵਿੱਚ ਅਧੀਨਗੀ ਔਰ ਭਾਰਤੀ ਜਨਤਾ ਪਾਰਟੀ ਦੀ ਗੁਲਾਮੀ ਛੁਪੀ ਹੋਈ ਆ ਹਨਾ। ਸੋ ਉਹ ਭਾਜਪਾ ਦੀ ਤੇ ਹਿੰਦੂ ਲੀਡਰਸ਼ਿਪ ਦੀ ਗੁਲਾਮੀ ਦੇ ਪ੍ਰਤੀਕ ਆ। ਈਵਨ ਹਿੰਦੂ ਲੀਡਰਸ਼ਿਪ ਤੋਂ ਤਾਂ ਉਹ ਇੰਨਾ ਡਰਦੇ ਸੀ, ਅਸੀਂ ਜਥੇਦਾਰ ਟੌੜਾ ਨਾਲ ਉਹਨਾਂ ਦੀ ਮੌਤ ਤੋਂ ਪਹਿਲਾਂ ਇੱਕ ਲੰਬੀ ਇੰਟਰਵਿਊ ਕੀਤੀ ਸੀ ਉਹਨਾਂ ਦੇ ਸਮੁੱਚੇ ਇਤਿਹਾਸਕ ਪਰਸਪੇਖ ਬਾਰੇ। ਉਹ ਕਹਿੰਦੇ ਵੀ ਜਦੋਂ 1977 ਵਿੱਚ ਦੁਬਾਰੇ ਇਲੈਕਸ਼ਨਾਂ ਹੋ ਕੇ ਇਹ ਮੁੱਖ ਮੰਤਰੀ ਬਣੇ ਆ, ਤਾਂ ਜੋ ਮੁਰਾਰਜੀ ਦੇਸਾਈ ਆ ਜਿਹੜੇ ਉਹ ਪ੍ਰਧਾਨ ਮੰਤਰੀ ਬਣ ਗਏ ਸੀ ਹਨਾ। ਸੋ ਮੁਰਾਰਜੀ ਦੇਸਾਈ ਇਹਨਾਂ ਨੂੰ ਪੈ ਜਾਂਦੇ ਸੀ। ਮੁਰਾਰਜੀ ਦੇਸਾਈ ਇੱਕ ਖਾਸ ਕਿਸਮ ਦਾ ਕੱਟੜ ਕਿਸਮ ਦਾ ਹਿੰਦੂ ਲੀਡਰ ਸੀ, ਖਾਸ ਕਰਕੇ ਉਹ ਸਿੱਖ ਲੀਡਰਸ਼ਿਪ ਨਾਲ ਨਫ਼ਰਤ ਕਰਦਾ ਸੀ, ਜਿਸ ਤਰ੍ਹਾਂ ਕਿ ਆਮ ਹਿੰਦੂ ਲੀਡਰਸ਼ਿਪ ਚ ਹੁੰਦੀ ਹੈ ਨਾ। ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਦਬਕਾ ਦਿੰਦਾ ਸੀ ਔਰ ਪ੍ਰਕਾਸ਼ ਸਿੰਘ ਬਾਦਲ ਡਰ ਜਾਂਦੇ ਸੀ ਉਹ ਤੋਂ ਹਨਾ, ਉਹ ਮੁਰਾਰਜੀ ਦੇਸਾਈ ਤੋਂ। ਜਦੋਂ ਵੀ ਮੁਰਾਰਜੀ ਦੇਸਾਈ ਇਹਨਾਂ ਨੂੰ ਮੀਟਿੰਗ ਲਈ ਬੁਲਾਉਂਦੇ ਸੀ, ਪ੍ਰਕਾਸ਼ ਸਿੰਘ ਬਾਦਲ ਜਥੇਦਾਰ ਟੌੜਾ ਨੂੰ ਨਾਲ ਲੈ ਕੇ ਜਾਂਦੇ ਸੀ। ਕਹਿੰਦੇ ਵੀ ਯਾਰ ਤੇ ਤੂੰ ਸੰਭਾਲ ਲੈਂਦਾ ਹੈਗਾ, ਵੀ ਮੇਰੇ ਤੋਂ ਨਹੀਂ ਸੰਭਾਲ ਹੁੰਦਾ, ਮੈਨੂੰ ਉਹ ਡਰਾ ਲੈਂਦੇ ਨੇ। ਤੇ ਪ੍ਰਕਾਸ਼ ਸਿੰਘ ਬਾਦਲ ਦਾ ਸੁਭਾਅ ਡਰੂ ਸੀ ਇਸ ਮਾਮਲੇ ਵਿੱਚ, ਖਾਸ ਕਰਕੇ ਹਿੰਦੂ ਲੀਡਰਸ਼ਿਪ ਤੋਂ ਉਹ ਡਰ ਜਾਂਦੇ ਸੀ। ਜਥੇਦਾਰ ਟੌੜਾ ਨੇ ਦੱਸਿਆ ਵੀ 1979 ਵਿੱਚ ਕਾਨਪੁਰ ਦੇ ਲਾਗੇ ਦੰਗੇ ਹੋਏ ਦੁਬਾਰੇ ਹਨਾ, ਉਹਦੇ ਚੋਂ ਸਿੱਖਾਂ ਦਾ ਕੁਝ ਨੁਕਸਾਨ ਹੋਇਆ ਨਾ। ਮੇਰੇ ਖਿਆਲ 4 ਸਿੱਖ ਆ ਜਿਹੜੇ ਉਹ ਸ਼ਹੀਦ ਹੋਏ ਉੱਥੇ 1979 ਦੇ ਕਾਨਪੁਰ ਦੇ ਦੰਗਿਆਂ 'ਚ। ਉਹ ਕਹਿੰਦੇ ਅਸੀਂ ਉੱਥੇ ਗਏ ਹੋਏ ਸੀ ਉਹਨਾਂ ਦਿਨਾਂ ਦੌਰਾਨ, ਉੱਥੋਂ ਹੀ ਮੈਨੂੰ ਕਾਨਪੁਰ ਤੋਂ ਫੋਨ ਆਇਆ ਬਾਦਲ ਸਾਹਿਬ ਦਾ ਵੀ ਤੁਸੀਂ ਇੱਕਦਮ ਆਓ, ਮੁਰਾਰਜੀ ਦੇਸਾਈ ਨਾਲ ਮੁਲਾਕਾਤ ਆ, ਵੀ ਮੇਰੇ ਤੋਂ ਕੱਲਿਆਂ ਤੋਂ ਨਹੀਂ ਫੇਸ ਹੋਣਾ ਹਨਾ। ਸੋ ਉਹਨਾਂ ਵਿੱਚ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੀ ਇਹ ਮਾਨਸਿਕਤਾ ਸੀ ਵੀ ਉਹ ਹਿੰਦੂ ਲੀਡਰਸ਼ਿਪ ਦੇ ਅਧੀਨਗੀ ਕਬੂਲ ਕਰਦੇ ਸੀ। ਸੁਖਬੀਰ ਸਿੰਘ ਬਾਦਲ ਵੱਖਰੇ ਸੁਭਾਅ ਦੇ, ਉਹ ਫਾਈਟਰ ਕਿਸਮ ਦੇ ਲੀਡਰ ਆ ਹਨਾ। ਉਹ ਹੁਣ ਭਾਰਤੀ ਜਨਤਾ ਪਾਰਟੀ ਦੀ ਇਸ ਨਵੀਂ ਲੀਡਰਸ਼ਿਪ ਦੀ ਅਧੀਨਗੀ ਕਿੰਨੀ ਕੁ ਕਬੂਲ ਕਰਦੇ ਆ। ਇੱਕ ਤਾਂ ਉਹਨਾਂ ਦੀ ਬਾਡੀ ਲੈਂਗੁਏਜ ਦੇਖੋ, ਪ੍ਰਕਾਸ਼ ਸਿੰਘ ਬਾਦਲ ਦੀ ਸਮੁੱਚੀ ਬਾਡੀ ਲੈਂਗੁਏਜ ਆ ਜਿਹੜੀ ਹਨਾ, ਉਹ ਅਧੀਨਗੀ ਕਬੂਲਣ ਵਾਲੀ ਆ, ਗੁਲਾਮੀ ਕਬੂਲਣ ਵਾਲੀ ਆ। ਸੁਖਬੀਰ ਸਿੰਘ ਬਾਦਲ ਦੀ ਬਾਡੀ ਲੈਂਗੁਏਜ ਫਾਈਟਰ ਵਾਲੀ ਆ ਹਨਾ। ਇੱਥੇ ਬਿਲਕੁਲ ਠੀਕ ਆ, ਅਸੀਂ ਕੋਈ ਪ੍ਰਮੋਸ਼ਨ ਨਹੀਂ ਕਰ ਰਹੇ ਉਹਨਾਂ ਦਾ ਐਨਾਲਿਸਿਸ ਕਰ ਰਹੇ ਹੈਗੇ। ਸੋ ਸੁਖਬੀਰ ਸਿੰਘ ਬਾਦਲ ਇੱਕ ਫਾਈਟਰ ਕਿਸਮ ਦੇ ਪੋਲੀਟੀਕਲ ਲੀਡਰ ਨੇ। ਹੁਣ ਉਹ ਇਸ ਵੇਲੇ ਕਰੂਸ਼ੀਅਲ ਪੁਆਇੰਟ ਤੇ ਜਦੋਂ ਅਕਾਲੀ ਭਾਜਪਾ ਗੱਠਜੋੜ ਦੁਬਾਰੇ ਬਣਨ ਦੀਆਂ ਕੁਝ ਕਨਸੋਹਾਂ ਹੈਗੀਆਂ ਨੇ, ਕੀ ਉਹ ਭਾਰਤੀ ਜਨਤਾ ਪਾਰਟੀ ਦੀਆਂ ਸ਼ਰਤਾਂ ਤੇ ਸੁਖਬੀਰ ਸਿੰਘ ਬਾਦਲ ਉਹ ਸਾਰਾ ਕੁਝ ਮੰਨ ਲੈਣਗੇ? ਕਿਉਂ ਉਹਨਾਂ ਦੀ ਤਾਸੀਰ, ਉਹਨਾਂ ਦੀ ਬਾਡੀ ਲੈਂਗੁਏਜ ਜਾਂ ਉਹਨਾਂ ਦੀ ਪੋਲਿਟਿਕਸ ਆ ਜਿਹੜੀ ਇੱਕ ਫਾਈਟਰ ਫੋਰਸ ਦੀ ਹੈਗੀ ਹੈ ਜਿਹੜੀ, ਉਹ ਹੁਣ ਉਹਨਾਂ ਦੇ ਸਾਹਮਣੇ ਅੜਿੱਕ ਆਊਗੀ। ਜੇ ਉਹ ਇਹ ਸਾਰਾ ਕੁਝ ਮੰਨ ਲੈਂਦੇ ਆ, ਇਹਦਾ ਮਤਲਬ ਉਹਨਾਂ ਦਾ ਹੋਰ ਨਿਗਾਰ ਆਏਗਾ, ਸੁਖਬੀਰ ਸਿੰਘ ਬਾਦਲ ਦਾ ਪੋਲੀਟੀਕਲ ਨਿਗਾਰ ਆਏਗਾ। ਸੋ ਸਾਨੂੰ ਲੱਗਦਾ ਜੇ ਉਹ ਨਹੀਂ ਮੰਨਦੇ ਤਾਂ ਉਹਨਾਂ ਨੂੰ ਆਪਣੇ ਤੌਰ ਤੇ ਅਕਾਲੀ ਦਲ ਨੂੰ ਰਿਵਾਈਵ ਕਰਨ ਦੇ ਯਤਨ ਕਰਨੇ ਪੈਣਗੇ। ਤੇ ਦੂਜੇ ਬੰਨੇ ਆਪਾਂ ਬਾਰ-ਬਾਰ ਪ੍ਰੋਗਰਾਮਾਂ 'ਚ ਜ਼ਿਕਰ ਕਰਦੇ ਹੁੰਦੇ ਆ ਕਿ ਅਕਾਲੀ ਦਲ ਦੀ ਪੁਨਰ ਸਰਜੀਤੀ ਹੋ ਕਿਵੇਂ ਸਕਦੀ ਹੈ? ਕੀ ਪੂਰਨ ਤੌਰ ਤੇ ਜਿਹੜਾ ਹੈ ਇਹਨਾਂ ਨੂੰ ਪੰਥਕ ਰਾਜਨੀਤੀ ਦੇ ਵਿੱਚ ਆਉਣਾ ਪਵੇਗਾ? ਕੀ ਦੁਬਾਰਾ ਜਿਹੜਾ ਮੂੰਹ ਹੈ ਅਨੰਦਪੁਰ ਸਾਹਿਬ ਵੱਲ ਕਰਨਾ ਪਵੇਗਾ? ਕਿਉਂਕਿ ਜਿਸ ਤਰੀਕੇ ਦਾ ਹੁਣ ਦੇਖਿਆ ਕਿ ਰਲਵਾ ਮਲਵਾ ਜਿਹਾ ਆ ਰਿਹਾ, ਪਹਿਲਾਂ ਕਦੀ ਇੱਧਰ ਹੋ ਜਾਂਦੇ ਨੇ, ਫਿਰ ਥੋੜਾ ਜਿਹਾ ਇਨਬੈਲੈਂਸ ਜਿਹਾ ਹੋ ਕੇ ਅਗੇਂਸਟ ਬਿਆਨ ਆਉਣੇ ਚਾਲੂ ਹੋ ਜਾਂਦੇ ਨੇ। ਹੋਏਗੀ ਕਿਵੇਂ ਜਿਹੜੀ ਅਸਲ ਪੁਨਰ ਸਰਜੀਤੀ ਹੈ? ਹਾਂਜੀ, ਇੱਕ ਨਾ ਕਿਸੇ ਦੋਸਤ ਨੇ ਪਿਛਲੇ ਦਿਨੀ ਇਸ ਸਾਰੇ ਘਟਨਾਕ੍ਰਮ ਤੋਂ ਭੋਗ ਤੋਂ ਬਾਅਦ
ਜਦੋਂ ਸੁਖਬੀਰ ਸਿੰਘ ਬਾਦਲ ਉਹਨੇ ਕਹਿੰਦੇ ਆ ਵੀ ਮਾਫੀ ਦਿੱਤੀ ਜਾਵੇ, ਉਹ ਤੋਂ ਬਾਅਦ ਇੱਕ ਪੋਸਟ ਪਾਈ ਆ, ਬਹੁਤ ਚੰਗੇ ਗੰਭੀਰ ਚਿੰਤਕ ਨੇ ਪੰਜਾਬ ਦੇ ਨਾ, ਉਹ ਕਹਿੰਦੇ ਵੀ ਉਹਨਾਂ ਨੇ ਇੱਕ ਕਹਾਣੀ ਪਾਈ ਆ, ਕਹਾਣੀ ਇਹ ਪਾਈ, ਉਹ ਕਹਿੰਦੇ ਵੀ ਕੋਈ ਦੋ ਔਰਤਾਂ ਲੜ ਰਹੀਆਂ ਸੀ ਹਨਾ, ਆਪਣੇ ਪੰਜਾਬ ਦੇ ਜਿਹੜੇ ਸੱਭਿਆਚਾਰ ਚ ਹੁੰਦਾ ਵੀ ਦੋ ਔਰਤਾਂ ਆਪਸ ਚ ਲੜ ਰਹੀਆਂ ਨੇ, ਔਰ ਇੱਕ ਔਰਤ ਦੂਜੀ ਔਰਤ ਨੂੰ ਸ਼ਰਾਪ ਦੇ ਰਹੀ ਹੈਗੀ ਵੀ ਤੂੰ ਰੰਡੀ ਹੋ ਜਾਵੇਂ, ਤੇਰਾ ਪਤੀ ਮਰ ਜਾਵੇ ਹਨਾ ਜੀ। ਦੂਜੀ ਔਰਤ ਉਹ ਕਹਿੰਦੀ ਉਹਨੇ ਇਹ ਸ਼ਰਾਪ ਨਹੀਂ ਦਿੱਤਾ ਵੀ ਤੂੰ ਤੇਰਾ ਪਤੀ ਮਰ ਜਾਵੇ, ਕਹਿੰਦੀ ਤੇਰਾ ਪਤੀ ਅਕਾਲੀ ਬਣ ਜਾਵੇ, ਵੀ ਮੈਂ ਤੈਨੂੰ ਇਹ ਸ਼ਰਾਪ ਦਿੰਨੀ ਆ। ਸੋ ਅਕਾਲੀ ਬਣਨ ਦਾ ਮਤਲਬ ਸੀ ਵੀ ਉਹ ਸੰਘਰਸ਼ ਵਿੱਚ ਰਹਿੰਦੇ ਸੀ ਹਮੇਸ਼ਾ ਹਨਾ, ਵੀ ਉਹਨਾਂ ਦਾ ਪਤਾ ਹੀ ਨਹੀਂ ਸੀ ਵੀ ਜੇ ਇੱਕ ਵਾਰੀ ਜੇਲ੍ਹ ਚਲੇ ਗਏ 5 ਸਾਲ ਬਾਅਦ ਆਉਣਾ, 7 ਸਾਲ ਬਾਅਦ ਆਉਣਾ, ਜਾਂ ਸ਼ਹੀਦ ਹੋ ਜਾਣਾ ਕਿਸੇ ਮਾਮਲੇ 'ਚ ਨਾ। ਸੋ ਕਿਸੇ ਦਾ ਪਤੀ ਮਰ ਜਾਣ ਨਾਲੋਂ ਜੇ ਅਕਾਲੀ ਹੋ ਜਾਂਦਾ ਸੀ ਤਾਂ ਉਹ ਵੱਡਾ ਸ਼ਰਾਪ ਮੰਨਿਆ ਜਾਂਦਾ ਸੀ, ਵੀ ਕਿਉਂਕਿ ਉਹ ਲਗਾਤਾਰ ਸੰਘਰਸ਼ ਦੀ ਭੱਠੀ ਵਿੱਚ ਤਬਕੇ ਜਿਹੜੇ ਕੁੰਦਨ ਬਣਦੇ ਸੀ। ਸੋ ਜਿਹੜੀ ਵਰਤਮਾਨ ਅਕਾਲੀ ਲੀਡਰਸ਼ਿਪ ਵਿੱਚ ਜਿਹੜੇ ਨਵੇਂ ਨੌਜਵਾਨ ਆਏ ਨੇ ਉਹ ਬਿਲਕੁਲ ਅਮੀਰ ਘਰਾਂ ਦੇ, ਵੱਡੀਆਂ ਗੱਡੀਆਂ, ਵੱਡੇ ਮਹਿਲਾਂ ਵਿੱਚ ਰਹਿਣ ਵਾਲੇ ਆ, ਉਹਨਾਂ ਨੂੰ ਸੰਘਰਸ਼ਾਂ ਦੀ ਕੋਈ ਵੀ ਤਾਬ ਨਹੀਂ ਹੈ। ਸੋ ਉਹਨਾਂ ਨੂੰ ਸੰਘਰਸ਼ਾਂ ਨਾ ਉਹ ਸੰਘਰਸ਼ ਕਰ ਸਕਦੇ ਨੇ ਇਸ ਸਥਿਤੀ ਵਿੱਚ। ਜਿਹੜੇ ਸਾਡੇ ਬਜ਼ੁਰਗ ਸੰਘਰਸ਼ ਕਰ ਗਏ, ਚਾਹੇ ਪੰਜਾਬੀ ਸੂਬੇ ਦਾ ਮੋਰਚਾ, ਚਾਹੇ ਧਰਮ ਯੁੱਧ ਮੋਰਚਾ, ਚਾਹੇ ਐਮਰਜੈਂਸੀ ਦੇ ਖਿਲਾਫ ਮੋਰਚਾ, ਚਾਹੇ ਹੋਰ ਜਿਹੜੇ ਧਾਰਮਿਕ ਮੋਰਚੇ ਸੀ ਨਾ, ਜਿੰਨੀਆਂ ਕਠਿਨ ਹਾਲਤਾਂ ਵਿੱਚ ਉਹ ਰਹਿ ਗਏ ਨੇ ਹਨਾ, ਵੀ ਉਹ ਇਹ ਨੌਜਵਾਨ ਪੀੜ੍ਹੀ ਨਹੀਂ ਕਰ ਸਕਦੀ। ਤੇ ਰਿਵਾਈਵਲ ਦਾ ਜੜ ਹੀ ਉੱਥੇ ਪਈ ਆ ਜੀ, ਸੰਘਰਸ਼ ਆ ਜੜ, ਤੇ ਇੱਕ ਜਿਹੜੀ ਆਤਮਿਕਤਾ ਹੈ ਅਕਾਲੀ ਦਲ ਦੀ, ਤੇ ਕੌਮੀ ਜਾਗਰਤੀ ਹੈ, ਜਿਹੜੀ ਚੇਤਨਤਾ ਹੈਗੀ ਆ ਸਿੱਖਾਂ ਦੀ। ਜਦੋਂ ਤੱਕ ਇਹ ਪੀੜ੍ਹੀ ਉਸ ਚੇਤਨਤਾ, ਉਸ ਸੰਘਰਸ਼ ਦੀ ਭੱਠੀ ਵਿੱਚ ਜੁੜ ਕੇ ਸ਼੍ਰੀ ਅਨੰਦਪੁਰ ਸਾਹਿਬ ਵੱਲ ਮੁੱਖ ਨਹੀਂ ਕਰਦੀ, ਦਿੱਲੀ ਵੱਲੋਂ ਮੁੱਖ ਮੋੜ ਕੇ ਅਨੰਦਪੁਰ ਸਾਹਿਬ ਵੱਲ ਨਹੀਂ ਕਰਦੀ, ਹਰਿਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਨਹੀਂ ਕਰਦੀ, ਉਦੋਂ ਤੱਕ ਸਾਨੂੰ ਲੱਗਦਾ ਵੀ ਅਕਾਲੀ ਦਲ ਦਾ ਰਿਵਾਈਵਲ ਜਿਹੜਾ ਹੈਗਾ ਉਹ ਨਹੀਂ ਹੋਵੇਗਾ। ਜੇ ਗੱਠਜੋੜ ਹੋਵੇਗਾ ਤਾਂ ਉਹ ਇੰਨਾ ਕਮਜ਼ੋਰ ਹੋਵੇਗਾ ਕਿ ਉਹਨਾਂ ਦੀਆਂ ਟਰਮਸ ਐਂਡ ਕੰਡੀਸ਼ਨਸ ਤੇ ਹੋਵੇਗਾ, ਫਿਰ ਤੁਹਾਡੀ ਕੋਈ ਬੁੱਕਤ ਨਹੀਂ ਹੋਵੇਗੀ, ਤੁਸੀਂ ਗੁਲਾਮਾਂ ਵਾਂਗ ਤੇ ਨੌਕਰਾਂ ਵਾਂਗ ਆ ਜਿਹੜੀ ਉਹ ਰਾਜਨੀਤੀ ਕਰ ਰਹੇ ਹੋਗੇ, ਜਿਹੜੀ ਕਿ ਸਿੱਖ ਮਾਨਸਿਕਤਾ ਜੇ ਅਕਾਲੀ ਦਲ ਨੇ ਇਹ ਗੱਠਜੋੜ ਕਰ ਵੀ ਲਿਆ ਵੀ ਭਾਜਪਾ ਦਾ ਅਪਰ ਹੈਂਡ ਆ ਤੇ ਅਕਾਲੀ ਦਲ ਦਾ ਉਹਦਾ ਲੋਅਰ ਹੈਂਡ ਆ, ਤਾਂ ਸਿੱਖ ਮਾਨਸਿਕਤਾ ਨੂੰ ਇਹ ਪ੍ਰਵਾਨ ਨਹੀਂ ਹੋਵੇਗਾ। ਠੀਕ ਹੈ ਨਾ, ਸਿੱਖ ਮਾਨਸਿਕਤਾ ਦੀ ਜਿਹੜੀ ਇੱਕ ਸੁਭਾਅ ਹੈ ਜੁਝਾਰੂ ਤੇ ਜਾਂਬਾਜ਼ ਕੌਮ ਦਾ, ਉਹ ਕਦੇ ਵੀ ਇਹ ਸਵੀਕਾਰ ਨਹੀਂ ਕਰਨਗੇ ਵੀ ਇਸ ਤਰ੍ਹਾਂ ਸਾਡੀ ਹੇਠੀ ਵਾਲੀ ਰਾਜਨੀਤੀ ਕੋਈ ਕਰੇ। ਸੋ ਉਹ ਇਹ ਸੁਖਬੀਰ ਸਿੰਘ ਬਾਦਲ ਨੂੰ ਤੇ ਅਕਾਲੀ ਲੀਡਰਸ਼ਿਪ ਨੂੰ ਵੀ ਸਮਝਣਾ ਚਾਹੀਦਾ ਵੀ ਜਿਹੜਾ ਗੱਠਜੋੜ ਹੋਊਗਾ ਉਹ ਅਕਾਲੀ ਦਲ ਦੇ ਅਪਰ ਹੈਂਡ ਨਾਲ ਹੋ ਸਕਦਾ, ਨਾ ਕਿ ਲੋਅਰ ਹੈਂਡ ਨਾਲ। ਜੀ ਬਿਲਕੁਲ ਜੀ, ਔਰ ਦੇਖਣਾ ਪਵੇਗਾ ਕਿ ਕੀ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਹੁੰਦਾ ਹੈ, ਕਿਉਂਕਿ ਜਲੰਧਰ ਦੀ ਜਿਮਨੀ ਚੋਣ ਵੀ ਆਉਣੀ ਹੈ, ਉਸ ਦੇ ਨਤੀਜੇ ਵੀ ਕਾਫੀ ਕੁਝ ਨਿਰਭਰ ਕਰੇਗਾ ਕਿ ਗੱਠਜੋੜ ਹੋਣਾ ਹੈ ਜਾਂ ਨਹੀਂ ਹੋਣਾ, ਜਾਂ ਕਿੰਨਵੇਂ ਨੰਬਰ ਤੇ ਅਕਾਲੀ ਦਲ ਆਉਂਦਾ ਹੈ ਜਾਂ ਕਿੰਨਵੇਂ ਨੰਬਰ ਤੇ ਭਾਰਤੀ ਜਨਤਾ ਪਾਰਟੀ ਆਉਂਦੀ ਹੈਗੀ ਆ। ਇਹ ਕਾਫੀ ਸਾਰਾ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੇ ਪੱਤੇ ਖੁੱਲ੍ਹੇ ਨੇ, ਕਿਉਂਕਿ 2024 ਦੀਆਂ ਚੋਣਾਂ ਮੇਨ ਹੋਣੀਆਂ ਨੇ, ਜਿਸ ਨੂੰ ਲੈ ਕੇ ਅਗਰ ਗੱਠਜੋੜ ਹੋਇਆ ਵੀ ਤੇ ਕਿਵੇਂ ਦਾ ਹੋਏਗਾ ਇਹ ਮੌਕਾ ਹੀ ਜਿਹੜਾ ਦੱਸੇਗਾ। ਸਰਦਾਰ ਅਵਤਾਰ ਸਿੰਘ, ਤੁਸੀਂ ਗੱਲ ਕੀਤੀ ਸਿੱਖਾਂ ਦੇ ਅੰਦਰ ਕੌਮੀ ਚੇਤਨਾ ਦੀ, ਤੇ ਜਾਂ ਆਪਾਂ ਕਹੇ ਕਿ ਪਿੱਛੇ ਆਪਾਂ ਗੱਲ ਕਰਕੇ ਆਏ ਕਿ ਪ੍ਰਕਾਸ਼ ਸਿੰਘ ਬਾਦਲ ਹੋਣਾ ਨੂੰ ਜਿਹੜਾ ਮਹਾਮਾਨਵ ਕਹਿਣਾ, ਇਹ ਜਿਹੜੀ ਕੌਮੀ ਚੇਤਨਾ ਇਸ ਦੇ ਵਿੱਚ ਆਪਾਂ ਕਿਹਾ ਕਿ ਕਾਫੀ ਜ਼ਿਆਦਾ ਇਸ ਦੇ ਵਿੱਚ ਉਭਾਰ ਜਿਹੜਾ ਆਇਆ ਹੈਗਾ, ਖਾਸ ਕਰਕੇ ਕਿਸਾਨ ਮੋਰਚੇ ਤੋਂ ਬਾਅਦ ਆਪਾਂ ਦੇਖਿਆ ਕਿ ਭਾਵੇਂ ਕਿਸਾਨਾਂ ਦੇ ਚਲੋ ਬਿੱਲ ਕੈਂਸਲ ਹੋ ਗਏ, ਕਿਸਾਨੀ ਤੇ ਕੋਈ ਫਰਕ ਪਿਆ ਜਾਂ ਨਹੀਂ ਪਿਆ, ਪਰ ਉਸਨੇ ਸਿੱਖਾਂ ਦੇ ਅੰਦਰ ਇੱਕ ਚੇਤਨਾ ਜਗਾਈ, ਚਾਹੇ ਉਹ ਦੀਪ ਸਿੱਧੂ ਵਾਲਾ ਬਿਰਤਾਂਤ ਹੋਵੇ, ਚਾਹੇ ਉਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਵਾਲਾ ਹੋਣ ਵਾਲਾ ਬਿਰਤਾਂਤ ਹੋਵੇ, ਉਸਨੇ ਇੱਕ ਨੌਜਵਾਨਾਂ ਦੇ ਅੰਦਰ ਇੱਕ ਚਿੜੰਗ ਜੀ ਤੇ ਜਗਾਈ ਹੈਗੀ। ਮਤਲਬ ਜਿਸ ਕੌਮੀ ਚੇਤਨਾ ਨੂੰ ਜਿਹੜੇ ਮੁੱਖ ਰਾਸ਼ਟਰਵਾਦ ਦੇ ਬਲ ਜਿਹੜੇ ਕੀਤੇ ਸੀ, ਉਹ ਦੁਬਾਰਾ ਕਿਤੇ ਨਾ ਕਿਤੇ ਜਿਹੜਾ ਨੌਜਵਾਨਾਂ ਨੇ ਅਨੰਦਪੁਰ ਸਾਹਿਬ ਨੂੰ ਮੁੱਖ ਕੀਤੇ ਆ। ਇਹ ਸਾਰੇ ਪ੍ਰਕਰਨ ਦਾ ਕਿਵੇਂ ਵਿਸ਼ਲੇਸ਼ਣ ਕਰੋਗੇ? ਹਾਂਜੀ, ਇਹ ਬਹੁਤ ਹੀ ਅਹਿਮ ਸਵਾਲ ਹੈ ਤੁਹਾਡਾ। ਸੋ ਜਿਸ ਚੇਤਨਤਾ ਨੂੰ ਖੁੰਡਾ ਕਰਨ ਲਈ ਜਾਂ ਖਤਮ ਕਰਨ ਲਈ, ਆਪਾਂ ਕਹਿ ਸਕਦੇ ਹਾਂ ਵੀ ਉਹਦੀ ਨਸਲਕੁਸ਼ੀ ਕਰਨ ਲਈ, ਸੋ 1992-93 ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨਾਲ ਮਿਲ ਕੇ ਜਿਹੜਾ ਇੱਕ ਪ੍ਰੋਜੈਕਟ ਚੱਲ ਰਿਹਾ ਸੀ ਨਾ ਜੀ, ਉਹ ਚੇਤਨਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਦੇਖਦੇ ਉਹਨਾਂ ਦੇ ਅੱਖਾਂ ਦੇ ਸਾਹਮਣੇ ਬਿਲਕੁਲ ਉਲਟ ਰੂਪ ਵਿੱਚ ਜਿਵੇਂ ਪ੍ਰਚੰਡ ਹੋਈ ਆ। ਉਹ ਬਿਲਕੁਲ ਤੁਹਾਡਾ ਸਵਾਲ ਸਹੀ ਆ ਵੀ ਕਿਸਾਨ ਮੋਰਚੇ ਨੇ ਉਸ ਚੇਤਨਤਾ ਵਿੱਚ ਬਹੁਤ ਵੱਡਾ ਜਿਹੜਾ ਹੁਲਾਰਾ ਲਿਆਂਦਾ। ਖਾਸ ਕਰਕੇ ਇਹਦੇ ਵਿੱਚ ਆਪਾਂ ਕੁਛ ਵੀ ਕਹੀਏ ਵੀ ਬਾਈ ਦੀਪ ਸਿੱਧੂ ਨੇ ਉਸ ਚੇਤਨਤਾ ਨੂੰ ਬੁਲੰਦੀਆਂ ਤੇ ਲੈ ਕੇ ਗਿਆ। ਉਹ ਇੱਕ ਇਕੱਲਾ ਮਨੁੱਖ ਨੇ ਹਨਾ ਜਿਹੜੀ ਹੋਂਦ ਦੀ ਲੜਾਈ। ਸੋ ਭਾਰਤ ਸਰਕਾਰ ਦਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨਾਲ ਜੁੜ ਕੇ ਪ੍ਰੋਜੈਕਟ ਸੀਗਾ, ਉਹਦੇ ਵਿੱਚੋਂ ਹੋਂਦ ਦੀ ਲੜਾਈ ਖਤਮ ਹੋਈ ਸੀ ਜੀ, ਵੀ ਸਿੱਖ ਚੇਤਨਾ ਵਿੱਚ ਆਪਣੀ ਹੋਂਦ ਦੀ ਲੜਾਈ ਦਾ ਜਿਹੜਾ ਤਸੱਵਰ ਹੈ ਤੇ ਕਨਸੈਪਟ ਹੈ ਇਹ ਖਤਮ ਕਰ ਦਿੱਤਾ ਜਾਵੇ। ਉਹ ਇੰਨੇ ਸਾਲਾਂ ਤੱਕ 25-30 ਸਾਲਾਂ ਤੱਕ ਉਹ ਤਸੱਵਰ ਚੱਲਿਆ। ਅਸੀਂ ਵਾਰ-ਵਾਰ ਦੇਖਿਆ
ਜਿਹੜੇ ਪੰਥਕ ਜਜ਼ਬੇ ਨਾਲ ਪਰੋਏ ਹੋਏ ਸੀ, ਬਹੁਤ ਥੋੜੇ ਸਿੱਖ ਰਹਿ ਗਏ ਸੀ, ਉਹ ਦੁਖੀ ਹੁੰਦੇ ਰਹੇ ਵੀ ਕੀ ਹੋ ਰਿਹਾ, ਪੰਥਕ ਰਾਜਨੀਤੀ ਵਿੱਚ ਕੀ ਹੋ ਰਿਹਾ ਹੈ, ਸਿੱਖਾਂ ਦੀਆਂ ਭਾਵਨਾਵਾਂ ਨੂੰ ਦਰੜਿਆ ਜਾ ਰਿਹਾ, ਗੁਰੂ ਸਾਹਿਬ ਦੀ ਬੇਅਦਬੀ ਜਾਂ ਉਹਨਾਂ ਪੁਲਿਸ ਅਫਸਰਾਂ ਦੀਆਂ ਉੱਥੇ ਵੱਡੀਆਂ ਨਿਯੁਕਤੀਆਂ ਹੋ ਰਹੀਆਂ ਨੇ ਜਿਹੜੇ ਕਿ ਹਿਊਮਨ ਰਾਈਟਸ ਦੀ ਵਾਇਲੇਸ਼ਨਸ ਵਿੱਚ ਨੇ, ਜਾਂ ਹੋਰ ਬਹੁਤ ਸਾਰਾ ਇਦਾਂ ਹੋਇਆ। ਧਰਮ ਦੀਆਂ ਪਰਿਭਾਸ਼ਾਵਾਂ ਆਈਆਂ, ਈਵਨ ਹਰਮੰਦਰ ਸਾਹਿਬ ਦੇ ਦਰਬਾਰ ਸਾਹਿਬ ਦੇ ਜਿਹੜੇ ਰਾਗੀ ਸਿੰਘ ਨੇ ਉਹ ਕਿਹੜਾ ਸ਼ਬਦ ਪੜ੍ਹਨਗੇ ਸਵੇਰ ਨੂੰ, ਇਹ ਵੀ ਚੰਡੀਗੜ੍ਹੋਂ ਤੈਅ ਹੁੰਦਾ ਸੀ ਨਾ। ਸੋ ਇਹ ਬੜੇ ਵਲੂੰਦਰੇ ਹੋਏ ਹਿਰਦੇ ਸੀ, ਪਰ ਉਹਨਾਂ ਸੋਹਰੇ ਵਲੂੰਦਰੇ ਹੋਏ ਹਿਰਦਿਆਂ ਨੂੰ ਜਦੋਂ ਸ਼ਾਂਤੀ ਆਈ, ਵੀ ਜਦੋਂ ਕਿਸਾਨ ਮੋਰਚੇ ਦੀ ਆਰੰਭਤਾ ਹੋਈ, ਸ਼ੰਭੂ ਤੋਂ ਨੌਜਵਾਨ ਚੱਲੇ, ਉਹਦੇ ਵਿੱਚ ਦੀਪ ਸਿੱਧੂ ਨੇ ਜਿਸ ਕਿਸਮ ਦੀ ਨਸਲਾਂ ਦੀ ਤੇ ਹੋਂਦ ਦੀ ਲੜਾਈ ਦਾ ਜਿਹੜਾ ਕਨਸੈਪਟ ਲਿਆਂਦਾ, ਉਹਨੇ ਨੌਜਵਾਨੀ ਵਿੱਚ ਜਿਹੜੀ ਚੇਤਨਤਾ ਭਰੀ, ਉਹ ਅਨੰਦਪੁਰ ਸਾਹਿਬ ਵੱਲ ਨੂੰ ਮੁੱਖ ਹੋਏ, ਸ਼੍ਰੀ ਅਕਾਲ ਤਖਤ ਸਾਹਿਬ ਵੱਲ ਨੂੰ ਮੁੱਖ ਹੋਏ। ਸੋ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਭਾਰਤੀ ਰਾਸ਼ਟਰਵਾਦ ਵਾਲੀ ਨੀਤੀ ਸੀ, ਉਹਦੇ ਵਿੱਚ ਸੀਗਾ ਵੀ ਅਕਾਲ ਤਖਤ ਸੈਂਟਰ ਵਿੱਚ ਨਾ ਆਵੇ, ਨਾ ਅਨੰਦਪੁਰ ਸਾਹਿਬ ਸੈਂਟਰ ਵਿੱਚ ਆਵੇ। ਇਹਨਾਂ ਦੋਹਾਂ ਸੰਸਥਾਵਾਂ ਦੇ ਮੁਕਾਬਲੇ ਤੇ ਹੀ ਪੰਜਾਬੀ ਤੇ ਪੰਜਾਬੀਅਤ ਦਾ ਕੰਸੈਪਟ ਆਇਆ। ਸੋ ਉਹਦੇ ਆਧਾਰ ਤੇ ਅਕਾਲੀ ਪਾਰਟੀ ਪੰਜਾਬੀ ਪਾਰਟੀ ਬਣੀ ਹੈ ਨਾ। ਸੋ ਸਾਰਾ ਸੀਗਾ ਵੀ ਪੰਥਕ ਰਾਜਨੀਤੀ ਔਰ ਅਕਾਲ ਤਖਤ ਸਾਹਿਬ ਤੋਂ ਕੇਂਦਰਿਤ ਹੁੰਦੀ ਰਾਜਨੀਤੀ ਖਤਮ ਹੋਵੇ। ਪਰ ਉਹ 25 ਸਾਲ ਤੱਕ ਤਾਂ ਠੀਕ ਰਹੀ ਜਿੰਨਾ ਚਿਰ ਪ੍ਰਕਾਸ਼ ਸਿੰਘ ਬਾਦਲ ਦੀ ਚੱਲਦੀ ਰਹੀ। ਉਹ ਤੋਂ ਬਾਅਦ ਇੱਕਦਮ ਹੀ ਕਿਸਾਨ ਮੋਰਚੇ ਦੌਰਾਨ ਹੀ ਜੋ ਚੇਤਨਤਾ ਆਈ ਨੌਜਵਾਨਾਂ ਵਿੱਚ, ਹੁਣ ਸਾਨੂੰ ਲੱਗਦਾ ਵੀ ਉਹ ਚੇਤਨਤਾ ਇੰਨੀ ਪ੍ਰਬਲ ਹੋ ਚੁੱਕੀ ਹੈ, ਜਿਹੜੇ ਬਜ਼ੁਰਗ ਸੀ ਪੰਥ ਦੇ ਨਾਂ ਤੇ ਅਕਾਲੀ ਦਲ ਨੂੰ ਵੋਟ ਪਾ ਦਿੰਦੇ ਸੀ, ਉਹ ਵੀ ਹੁਣ ਨੌਜਵਾਨਾਂ ਦੇ ਪ੍ਰਭਾਵ ਅਧੀਨ ਆਪਾਂ ਪਿਛਲੀਆਂ ਚੋਣਾਂ 'ਚ ਦੇਖਿਆ ਵੀ ਹਾਲਾਂਕਿ ਆਪਾਂ ਅਖੀਰ ਤੱਕ ਇਹ ਐਸਟੀਮੇਟ ਲਾਉਂਦੇ ਰਹੇ ਵੀ ਅਕਾਲੀ ਦਲ ਦੀ ਇੱਕ ਪੈਟ ਵੋਟ ਹੈ ਨਾ, ਬਜ਼ੁਰਗ ਵੋਟ ਬੈਂਕ ਜਿਹੜਾ ਉਹ ਅਕਾਲੀ ਦਲ ਨੂੰ ਭੁਗਤੇਗਾ। ਕਾਂਗਰਸ ਦਾ ਇੱਕ ਪੈਟ ਵੋਟ ਬੈਂਕ ਹੈ ਜਿਹੜਾ ਕਾਂਗਰਸ ਨੂੰ ਭੁਗਤੇਗਾ, ਪਰ ਉਹ ਵੀ ਨਹੀਂ ਭੁਗਤਿਆ। ਇਟ ਮੀਨਸ ਜਿਹੜੀ ਨੌਜਵਾਨਾਂ ਦੀ ਚੇਤਨਤਾ ਜਾਂ ਨੌਜਵਾਨਾਂ ਦੇ ਵਿਚਾਰ ਨੇ ਉਹ ਡੋਮੀਨੇਟ ਕਰ ਰਿਹਾ ਇਸ ਵੇਲੇ ਪੰਜਾਬ ਦੀ ਪੋਲਿਟਿਕਸ ਨੂੰ। ਉਹ ਜਿਹੜੇ ਵਿਚਾਰ ਨੇ ਉਹ ਅਨੰਦਪੁਰ ਸਾਹਿਬ ਵੱਲ ਮੁੱਖ ਹੋਇਆ, ਉਹ ਅਕਾਲ ਤਖਤ ਵੱਲ ਮੁੱਖ ਹੋਇਆ। ਹੁਣ ਉਹ ਚੇਤਨਤਾ ਦਾ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਵੀ ਉਹ ਜਿਹੜੀ ਅਕਾਲੀ ਚੇਤਨਤਾ ਜਾਂ ਸਿੱਖ ਚੇਤਨਤਾ, ਉਹਨੇ ਉਹ ਜਿਹੜੀ 25 ਸਾਲਾਂ ਦੀ ਚੇਤਨਤਾ ਸੀ ਉਹਨੂੰ ਜਿਹੜਾ ਇੱਕ ਤਰ੍ਹਾਂ ਨਾਲ ਨਕਾਰਿਆ ਹੋਇਆ। ਸੋ ਹੁਣ ਭਵਿੱਖ ਵਿੱਚ ਜੇ ਅਕਾਲੀ ਦਲ ਨੇ ਆਪਣੇ ਪੈਰ ਆਪਣੇ ਤੌਰ ਤੇ ਲਾਉਣੇ ਆ ਤਾਂ ਉਹਨਾਂ ਨੂੰ ਸਿੱਖ ਚੇਤਨਤਾ ਵੱਲ ਆਉਣਾ ਪਵੇਗਾ, ਪੰਥ ਵੱਲ ਆਉਣਾ ਪਵੇਗਾ, ਸ਼੍ਰੀ ਅਨੰਦਪੁਰ ਸਾਹਿਬ ਵੱਲ ਆਉਣਾ ਪਵੇਗਾ, ਸ਼੍ਰੀ ਅਕਾਲ ਤਖਤ ਸਾਹਿਬ ਵੱਲ ਆਉਣਾ ਪਵੇਗਾ। ਔਰ ਵਰਤਮਾਨ ਸਮੇਂ ਸਭ ਤੋਂ ਕ੍ਰੂਸ਼ੀਅਲ ਲੋੜ ਹੈਗੀ ਵੀ ਬਾਦਲ ਪਰਿਵਾਰ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਛੱਡ ਕੇ ਕਿਸੇ ਅੰਮ੍ਰਿਤਧਾਰੀ ਗੁਰਸਿੱਖ ਨੌਜਵਾਨ ਨੂੰ ਹਨਾ ਜਿਹੜਾ ਅਕਾਲੀ ਦਲ ਨੂੰ ਯੋਗ ਅਗਵਾਈ ਦੇ ਸਕੇ ਉਹ ਦੇਣਾ ਪਊਗਾ। ਉਹ ਤੋਂ ਬਿਨਾਂ ਮੈਨੂੰ ਲੱਗਦਾ ਵੀ ਲੋਕਾਂ ਵਿੱਚ ਆ ਜਿਹੜਾ ਅਕਾਲੀ ਦਲ ਨੇ ਪ੍ਰਵਾਨ ਨਹੀਂ ਹੋਣਾ। ਅਕਾਲੀ ਦਲ ਨਾਲ ਲੋਕਾਂ ਦੀ ਕੋਈ ਗੁੱਸੇ ਗਿਲੇ ਨਹੀਂ ਨੇ, ਬਾਦਲ ਪਰਿਵਾਰ ਨਾਲ ਹੈਗੇ ਨੇ। ਜੇ ਉਹ ਅਕਾਲੀ ਦਲ ਨੂੰ ਬਚਾਉਣਾ ਚਾਹੁੰਦੇ ਆ ਤਾਂ ਸਾਨੂੰ ਲੱਗਦਾ ਵੀ ਉਹਨਾਂ ਨੂੰ ਇੱਕਦਮ ਪਿੱਛੇ ਹਟ ਕੇ ਇੱਕ ਸਧਾਰਨ ਵਰਕਰ ਦੇ ਤੌਰ ਤੇ ਜਿਹੜਾ ਹੈਗਾ ਵੀ ਅਕਾਲੀ ਦਲ ਵਿੱਚ ਸ਼ਾਮਲ ਰਹਿਣਾ ਚਾਹੀਦਾ ਤਾਂ ਕਿ ਪਾਰਟੀ ਮੁੜ ਆਪਣੀਆਂ ਬੁਲੰਦੀਆਂ ਤੇ ਸਾਹਮਣੇ ਆ ਸਕੇ। ਜੀ ਬਿਲਕੁਲ ਜੀ, ਦੇਖਦੇ ਹਾਂ ਕਿ ਕੀ ਕੁਝ ਹੁੰਦਾ ਹੈਗਾ, ਕਿਉਂਕਿ ਚਾਹੇ ਉਹ ਝੂੰਦਾ ਕਮੇਟੀ ਦੀਆਂ ਰਿਪੋਰਟਾਂ ਰਹੀਆਂ, ਹੁਣ ਰਿਪੋਰਟਾਂ ਦੇ ਬਹੁਤ ਸਾਰੇ ਰਹੀਆਂ ਔਰ ਸਾਰਿਆਂ ਦੇ ਵਿੱਚ ਪੁਨਰ ਸਰਜੀਤੀ ਦਾ ਇੱਕ ਰਸਤਾ ਵੀ ਆਇਆ ਕਿ ਇਸ ਪਰਿਵਾਰ ਨੂੰ ਲਾਂਭੇ ਕੀਤਾ ਜਾਵੇ। ਪੂਰਾ ਲਾਂਭੇ ਭਾਵੇਂ ਨਾ ਕੀਤਾ ਜਾਵੇ, ਪਰ ਕਿਤੇ ਨਾ ਕਿਤੇ ਇੱਕ ਸਿਸਟਮ ਤੇ ਇਹੋ ਜਿਹਾ ਬਣਾਇਆ ਜਾਵੇ ਕਿ ਕਿਸੇ ਹੋਰ ਨੂੰ ਜਿਹੜੀ ਯੋਗ ਅਗਵਾਈ ਦਿੱਤੀ ਜਾਵੇ ਤੇ ਬਾਅਦ ਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਪੰਥ ਵੱਲ ਜਿਹੜਾ ਹੈ, ਪੰਥਕ ਰਾਜਨੀਤੀ ਦੇ ਵਿੱਚ ਦੁਬਾਰਾ ਜਿਹੜਾ ਹੈ ਆਪਣੇ ਪੈਰ ਮਜ਼ਬੂਤ ਕੀਤੇ ਜਾਣ। ਫਿਰ ਸ਼ਾਇਦ ਹੋ ਸਕਦਾ ਹੈ ਕਿ ਅਕਾਲੀ ਦਲ ਜਿਹੜਾ ਹੈ ਇਸ ਨੂੰ ਹੋਰ ਜ਼ਿਆਦਾ ਸਰਗਰਮੀ ਕਰੇ ਜਾਂ ਕਿਤੇ ਨਾ ਕਿਤੇ ਲੋਕਾਂ 'ਚ ਜਿਹੜਾ ਆਪਣਾ ਅਕਸ ਗਵਾ ਚੁੱਕਾ ਹੈ ਉਸ ਨੂੰ ਦੁਬਾਰਾ ਜਿਹੜਾ ਬੁਲੰਦ ਕਰੇ।